परम सम्मानयोग गुरु प्यारिओ, वाहिगुरू जी का खालसा, वाहिगुरू जी की फतेह। सिख मिशनरी कॉलेज लुधियाना वालों SMC गुरमत क्लास USA विच आप सारिਆਂ ਨੂੰ जी आया। ਸਾਰਿਆਂ ਦਾ ਸਵਾਗਤ ਹੈ। ਸਮੇਂ ਦੀ ਬਦਲੀ ਦੇ ਨਾਲ ਇਹ ਸਮਾਂ ਜੋ ਹਰ ਸਾਲ ਅਸੀਂ ਬਦਲਦੇ ਹਾਂ, ਮਾਰਚ ਤੇ ਨਵੰਬਰ ਦੇ ਮਹੀਨੇ ਦੇ ਵਿੱਚ ਅੱਜ ਈਸਟਰਨ ਸਮੇਂ ਮੁਤਾਬਕ 9 ਵਜੇ ਇਹ ਕਲਾਸ ਸ਼ੁਰੂ ਹੋ ਰਹੀ ਹੈ। ਸੈਂਟਰਲ 8 ਵਜੇ, ਪੈਸੀਫਿਕ 6 ਵਜੇ, ਭਾਰਤੀ ਸਮਾਂ 6:30 ਵਜੇ। ਹੋ ਸਕਦਾ ਹੈ ਕੁਝ ਮੈਂਬਰਸ ਨੂੰ ਇਹਦੀ ਜਾਣਕਾਰੀ ਵੀ ਨਾ ਮਿਲੀ ਹੋਵੇ, ਹਾਲਾਂਕਿ ਗਰੁੱਪਾਂ ਵਿੱਚ ਮੈਸੇਜ ਪਾ ਦਿੱਤਾ ਗਿਆ ਸੀ। ਫਿਰ ਵੀ ਕੁਝ ਮੈਂਬਰਸ ਹਨ ਜਿਹੜੇ ਗਰੁੱਪ ਨਹੀਂ ਦੇਖਦੇ, ਤਾਂ ਉਹ ਵੀ ਇੱਕ ਦੋ ਦਿਨਾਂ ਵਿੱਚ ਸਾਰੀ ਜਾਣਕਾਰੀ ਉਹਨਾਂ ਤੱਕ ਵੀ ਪਹੁੰਚ ਜਾਏਗੀ। ਸਮਾਂ ਬਦਲਣ ਦਾ ਉਹਨਾਂ ਨੂੰ ਵੀ ਸੂਚਨਾ ਮਿਲ ਜਾਏਗੀ। ਤਾਂ ਅੱਜ ਸੋਮਵਾਰ ਹੈ। ਸੋਮਵਾਰ ਅਸੀਂ ਸਵਾਲ ਜਵਾਬ ਕਰਦੇ ਹਾਂ। ਜੋ ਸਵਾਲ ਆਪ ਭੇਜਦੇ ਹੋ ਉਹਨਾਂ ਦੇ ਜਵਾਬ ਪੈਨਲ ਮੈਂਬਰਸ ਦਿੰਦੇ ਹਨ। ਤਾਂ ਇਹ ਸਵਾਲ ਜਵਾਬ ਸੈਸ਼ਨ ਦੀ ਸੇਵਾ ਵੀਰ ਜੀ ਰਾਜਾ ਸਿੰਘ ਜੀ ਕਰਦੇ ਹਨ। ਅੱਜ ਦਾ ਅਸੀਂ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰ ਰਹੇ ਹਾਂ। ਤਾਂ ਵੀਰ ਰਾਜਾ ਸਿੰਘ ਜੀ ਨੂੰ ਬੇਨਤੀ ਕਰ ਰਿਹਾ, ਕਿਰਪਾ ਕਰੋ ਜੀ ਉਹ ਇਹ ਸਵਾਲ ਜਵਾਬ ਦਾ ਜੋ ਅੱਜ ਦਾ ਸੈਸ਼ਨ ਹੈ ਆਪ ਜੀ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਸਵਾਲ ਜਵਾਬ ਪ੍ਰੋਗਰਾਮ ਵਿੱਚ ਅੱਜ ਬਹੁਤ ਬਹੁਤ ਸਵਾਗਤ ਹੈ ਜੀ। ਤੋਂ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਜੋ ਮੈਂਬਰ ਪੈਨਲਸ हैं ਉਹ ਆਪਣਾ ਫਤਿਹ ਸਾਂਝੀ ਕਰਨਗੇ। ਮੈਂ ਬੇਨਤੀ ਕਰ ਰਿਹਾ ਸਰਦਾਰ ਮਨਿੰਦਰਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਇੰਦਰਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਜਗੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕਿੱਕਰ ਸਿੰਘ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਤੇਜਿੰਦਰ ਸਿੰਘ ਜੀ। ਨਹੀਂ ਜਿਹੜੇ ਲੱਗੇ ਹਨ। ਚਲੋ ਸਰਜੀਤ ਸਿੰਘ ਜੀ ਸ਼ਾਮਲ ਨੇ ਜੀ। ਆਪ ਸਭ ਨਾਲ ਫਤਿਹ ਸਾਂਝੀ ਕਰ ਚੁੱਕੇ ਹਨ। तो ਮਨਿੰਦਰ ਕੌਰ ਜੀ ਨੇ ਦੱਸਣਾ। ਚਲੋ ਸੰਗਤ ਜੀ ਆਪਾਂ ਸ਼ੁਰੂ ਕਰਦੇ ਹਾਂ। ਤੇ ਵੱਖ-ਵੱਖ ਵਿਸ਼ਿਆਂ ਤੇ ਸਵਾਲ ਆਪ ਜੀ ਵੱਲੋਂ ਮਿਲੇ। तो ਇਹ ਬੜੀ ਪ੍ਰਸੰਨਤਾ ਦੀ ਗੱਲ ਹੈ ਕਿ ਸੰਗਤਾਂ 'ਚ ਪੂਰਾ ਉਤਸ਼ਾਹ ਔਰ ਸਾਨੂੰ ਹਰ ਰੋਜ਼ ਕੋਈ ਨਾ ਕੋਈ ਸਵਾਲ ਜਿਹੜਾ ਉਹ ਮਿਲਦਾ ਰਹਿੰਦਾ। ਜਿਤਨੇ ਸਵਾਲ ਸਾਨੂੰ ਵੀਰਵਾਰ ਤੱਕ ਆ ਜਾਂਦੇ ਨੇ ਥਰਸਡੇ ਤੱਕ, ਕਿਉਂਕਿ ਸ਼ੁੱਕਰਵਾਰ ਨੂੰ ਪੈਨਲ ਮੀਟਿੰਗ ਹੁੰਦੀ ਹੈ, ਉਹਨਾਂ ਦੀ ਵਿਚਾਰ ਕਰਕੇ ਤੇ ਜੋ ਵੀ ਹੱਲ ਸਾਡੇ ਕੋਲ ਲੱਭ ਸਕਦਾ ਪੋਸੀਬਲ ਉਹ ਸੋਮਵਾਰ ਨੂੰ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਂਦਾ। ਤੋ ਇਹਨਾਂ ਜੋ ਉੱਤਰ ਦਿੱਤੇ ਜਾਂਦੇ ਨੇ ਜਾਂ ਜੋ ਐਕਸਪਲੇਨੇਸ਼ਨ ਦਿੱਤੀ ਜਾਂਦੀ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਪ੍ਰਵਾਨਿਤ ਸਿੱਖ ਪੰਥ ਪ੍ਰਵਾਨਿਤ ਸਿੱਖ ਰਹਿਤ ਬੁਨਿਆਦ ਔਰ ਸਾਡੀਆਂ ਪ੍ਰਚਲਿਤ ਰੋਜ਼ ਦਿੱਤੀਆਂ ਜਿਹੜੀਆਂ ਨੇ ਔਰ ਅਵੇਲੇਬਲ ਜਿਹੜਾ ਇਤਿਹਾਸ ਹੈ ਉਹਦੇ ਮੁਤਾਬਕ ਦਿੱਤਾ ਜਾਂਦਾ ਹੈ। ਬਹੁਤ ਸਾਰੀਆਂ ਤਰੁੱਟੀਆਂ ਰਹਿਣ ਦੀ ਸੰਭਾਵਨਾ ਹੁੰਦੀ ਹੈ, ਹੋ ਵੀ ਜਾਂਦੀ ਹੈ। ਉਸ ਲਈ ਸੰਗਤ ਪਾਸੋਂ ਜਿੱਥੇ ਥੋੜ੍ਹਾ ਮੰਗਦੇ ਹਾਂ ਉੱਥੇ ਨਾਲ ਹੀ ਇਹ ਬੇਨਤੀ ਹੈ ਕਿ ਸੰਗਤ 'ਚ ਬਹੁਤ ਵਿਦਵਾਨ ਬੈਠੇ ਨੇ, ਕਿਰਪਾ ਕਰਕੇ ਸਾਨੂੰ ਅਗਵਾਈ ਕਰਦੇ ਰਹੋ ਔਰ ਜਿੱਥੋਂ ਤੱਕ ਸਾਨੂੰ ਤੁਸੀਂ ਦੇ ਸਕੋ ਇਨਪੁਟ ਦਿਆ ਕਰੋ ਜੀ, ਤਾਂ ਕਿ ਸਾਡੀ ਵੀ ਇੰਪਰੂਵਮੈਂਟ ਹੋਵੇ ਤੇ ਅੱਗੋਂ ਲਈ ਅਸੀਂ ਠੀਕ ਹੋ। ਚਲੋ ਆਓ ਆਪਾਂ ਸ਼ੁਰੂ ਕਰਦੇ ਹਾਂ। ਸੰਗਤ ਜੀ ਇੱਕ ਸਵਾਲ ਸਾਡਾ ਪੈਂਡਿੰਗ ਸੀਗਾ, ਸਰੀਰ ਤੇ ਆਤਮਾ ਇਹਦਾ ਕੀ ਸੰਬੰਧ ਹੈ। तो ये पिछले हफ्ते भी नहीं चला सके,
ਤੋਂ ਜਿਨ੍ਹਾਂ ਦਾ ਸਵਾਲ ਹੈ ਉਹਨਾਂ ਪਾਸੋਂ ਖਿਮਾ ਮੰਗਦੇ ਹਾਂ। ਤੋਂ ਇਸ ਕਰਕੇ ਅੱਜ ਇਸ ਸਵਾਲ ਨੂੰ ਅਸੀਂ ਪਹਿਲੇ ਲੈ ਰਹੇ ਹਾਂ, ਸਰੀਰ ਤੇ ਆਤਮਾ ਦਾ ਕੀ ਸੰਬੰਧ ਹੈ। ਬੇਨਤੀ ਕਰ ਰਹੇ ਹਾਂ ਵੀਰ ਹਰਜੀਤ ਸਿੰਘ ਜੀ ਨੂੰ ਵੀ ਇਹਦੇ ਬਾਰੇ ਸਾਨੂੰ, ਕਿਉਂਕਿ ਵਿਸ਼ਾ ਤੇ ਬੜਾ ਲੰਬਾ ਹੈ ਸਰੀਰ ਤੇ ਆਤਮਾ, ਪਰ ਸੰਖੇਪ ਤੌਰ ਤੇ ਇਹਦੇ ਕੁਝ ਸਮਝਾ ਦੇਣ, ਸਰੀਰ ਤੇ ਆਤਮਾ ਦਾ ਸੰਬੰਧ ਕੀ। ਹਰਜੀਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਕੀ ਜੀ ਕੀ ਫਤਿਹ। ਸਵਾਲ ਸਮਝਣ ਦੇ ਲਈ ਸਾਨੂੰ ਕੁਝ ਵਿਚਾਰਾਂ ਜ਼ਰੂਰ ਕਰਨੀਆਂ ਪੈਣਗੀਆਂ, ਕਿਉਂਕਿ ਇਹ ਸਬਜੈਕਟ ਆਤਮਾ ਦਾ ਵੱਖਰਾ ਸਬਜੈਕਟ ਹੈ, ਮਨ ਦਾ ਵੱਖਰਾ ਸਬਜੈਕਟ ਹੈ, ਸਰੀਰ ਦਾ ਵੱਖਰਾ ਸਬਜੈਕਟ ਹੈ, ਔਰ ਬਹੁਤ ਥੋੜੇ ਸਮੇਂ 'ਚ ਇਹਦਾ ਉੱਤਰ ਸਪਸ਼ਟ ਕਰਨਾ ਵੀ ਥੋੜਾ ਮੁਸ਼ਕਲ ਹੋ ਜਾਪਦਾ ਹੈ। ਵੇਖਣ ਨੂੰ ਅਸੀਂ ਵੇਖਦੇ ਹਾਂ ਕਿ ਇੱਕ ਇਨਸਾਨ, ਇੱਕ ਵਿਅਕਤੀ, ਇਹ ਜਿਹੜਾ ਕਿ ਥੋੜੀ ਜਿਹੀ ਡੂੰਘੀ ਨਜ਼ਰ ਨਾਲ ਦੇਖੀਏ ਤੇ ਘੱਟ ਤੋਂ ਘੱਟ 3 ਚੀਜ਼ਾਂ ਦਾ ਇਹ ਇਕੱਠ ਹੈ, ਜੋ ਉਸ ਕਰਤੇ ਪੁਰਖ ਮਾਲਕ ਦੇ ਹੁਕਮ ਦੇ ਨਾਲ ਇਕੱਠੀਆਂ ਹੋਈਆਂ ਚੀਜ਼ਾਂ ਹਨ। ਹਾਲਾਂਕਿ ਤਿੰਨੇ ਚੀਜ਼ਾਂ ਦਾ ਅੱਡ-ਅੱਡ ਮਜ਼ਮੂਨ ਹੈ, ਵੱਖਰਾ ਵੱਖਰਾ ਮਜ਼ਮੂਨ ਹੈ, ਪਰ ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਸੰਖੇਪ ਦੇ ਵਿੱਚ ਰਹਿ ਕੇ ਇਹ ਆਤਮਾ ਤੇ ਸਰੀਰ ਦੀ ਗੱਲ, ਮੈਂ ਆਪਸੀ ਸੰਬੰਧ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਦਵਾਂ। ਭਗਤ ਰਵਿਦਾਸ ਜੀ ਨੇ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਪਾੜ ਮਾਸ ਨਾੜੀ ਕੋ ਪਿੰਜਰ ਪੰਖੀ ਵਸੇ ਵਿਚਾਰਾ ਦੇ ਵਿੱਚ ਇਹ ਗੱਲ ਤਾਂ ਸਪਸ਼ਟ ਕਰ ਦਿੱਤੀ ਕਿ ਇਹ ਪੌਣ ਪਾਣੀ ਤੇ ਹੱਡ ਚੰਮ ਦਾ ਚਿੰਮਰ, ਹੱਡ ਚੰਮ ਦਾ ਇਹ ਪਿੰਜਰ ਹੈ ਤੇ ਇਹਦੇ ਵਿੱਚ ਕੋਈ ਚੀਜ਼ ਟਿਕੀ ਹੋਈ ਹੈ। ਜੇ ਥੋੜਾ ਜਿਹਾ ਹੋਰ ਅਸੀਂ ਡੂੰਘੀ ਨਜ਼ਰ ਨਾਲ ਵੇਖੀਏ ਤਾਂ ਦੋਹਾਂ ਦੇ ਪਰਸਪਰ ਆਪਸੀ ਲਗਾਓ ਤੋਂ, ਆਪਸੀ ਸੰਬੰਧ ਤੋਂ ਇੱਕ ਚੀਜ਼ ਹੋਰ ਵਿੱਚੋਂ ਨਿਕਲਦੀ ਹੈ, ਤੀਸਰੀ ਸ਼ੈ, ਉਹਨੂੰ ਮਨ ਕਿਹਾ ਜਾਂਦਾ ਹੈ। ਬਾਣੀ ਦੀ ਵਿਚਾਰ ਦੇ ਵਿੱਚ ਜਾਂ ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਹਾਂ ਸਾਨੂੰ ਥੋੜਾ ਜਿਹਾ ਇੱਕ ਸਪਸ਼ਟਤਾ ਮਿਲਦੀ ਹੈ ਕਿ ਜੀਵ ਆਪਣੀ ਮੁਖਤਿਆਰੀ ਜਿਹੜੀ ਹੈ, ਅਟਾਰਨੀ ਇਹ ਕਹਿ ਲਵਾਂ, ਇਹ ਮਨ ਨੂੰ ਸੌਂਪ ਦਿੰਦਾ ਹੈ ਤੇ ਮਨ ਤਨ ਨੂੰ ਆਪਣੀ ਇੱਛਾ ਅਨੁਸਾਰ ਚਲਾਉਂਦਾ ਹੈ। ਪਰ ਮਨ ਤੇ ਤਨ ਆਪਸੀ ਮਿਲਵਰਤਨ ਹੋਣ ਕਰਕੇ ਇੱਕ ਦੂਜੇ ਦੇ ਅਸਰ ਨੂੰ ਵੀ ਕਬੂਲਦੇ ਰਹਿੰਦੇ ਹਨ। ਭਾਵੇਂ ਵਿਸ਼ੇਸ਼ ਕਰਕੇ ਆਮ ਕਰਕੇ ਮਨ ਦੀ ਹਕੂਮਤ ਹੀ ਇਸ ਤਨ ਦੇ ਉੱਤੇ ਚੱਲਦੀ ਰਹਿੰਦੀ ਹੈ, ਪਰ ਮਨ ਦਾ ਸੁਭਾਅ ਬੜਾ ਅਲਬੇਲਾ ਹੈ। ਕਦੀ ਇਹ ਆਤਮ ਪ੍ਰਾਇਣ ਹੋ ਜਾਂਦਾ ਹੈ, ਅੰਤਰਮੁਖੀ ਹੋ ਜਾਂਦਾ ਹੈ, ਤੇ ਕਦੀ ਇਹ ਸਰੀਰ ਵੱਲ ਝੁਕਾਅ ਕਰਦਾ ਹੈ। ਇਹ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਰਾਮਕਲੀ ਰਾਗ ਵਿੱਚ ਲਿਖੀ ਹੈ, ਕਬਹੂ ਜੀੜਾ ਊਪ ਚੜ੍ਹਤ ਹੈ ਕਬਹੂ ਜਾਏ ਪਿਆਲੇ ਡੋਬੀ ਜੀੜਾ ਥਿਰ ਨਾ ਰਹਿਤ ਹੈ ਚਾਰੇ ਕੁੰਡਾਂ ਭਾਲੇ। ਹੁਣ ਇਹਦੇ 'ਚ ਬੜਾ ਖੂਬਸੂਰਤ ਨਕਸ਼ਾ ਖਿੱਚਿਆ ਗੁਰੂ ਪਾਤਸ਼ਾਹ ਜੀ ਨੇ ਵੀ ਮਨ ਚੰਚਲ ਹੈ, ਚਲਾਕ ਹੈ, ਕਦੀ ਉਤਾਂਹ ਨੂੰ ਜਾਂਦਾ ਹੈ ਤੇ ਕਦੀ ਥੱਲੇ ਡਿੱਗਦਾ ਹੈ। ਜੇ ਉਤਾਂਹ ਨੂੰ ਜਾਵੇ ਤੇ ਜੀਵਨ ਦੀ ਜੋਤੀ ਵਿੱਚ ਚਮਕ ਆ ਜਾਂਦੀ ਹੈ, ਤੇ ਥੱਲੇ ਵੱਲ ਡਿੱਗ ਜਾਏ ਤੇ ਘੋਰ ਹਨੇਰੇ ਗਿਆਨਤਾ ਵਿੱਚ ਜਾ ਡਿੱਗਦਾ ਹੈ। ਗੱਲ ਅਸੀਂ ਅੱਗੇ ਨੂੰ ਤੋਰੀਏ ਕਿ ਇਹ ਮਨ, ਆਤਮਾ ਤੇ ਸਰੀਰ 3 ਚੀਜ਼ਾਂ ਜਿਹੜੀਆਂ ਹਨ, ਉਹਨਾਂ ਦਾ ਇਹ ਸੁਮੇਲ ਬਣਿਆ ਹੋਇਆ ਹੈ ਜੋ ਸਾਡਾ ਮਨੁੱਖੀ ਸਰੀਰ ਹੈ। ਸਰੀਰ ਦੇ ਮਨੁੱਖ ਦੇ 2 ਵੱਡੇ ਪਹਿਲੂ ਹਨ, ਜਿਹੜਾ ਆਤਮਾ ਤੇ ਸਰੀਰ। ਆਤਮਾ ਨੂੰ ਹਰੀ ਦੀ ਜੋਤ ਵੀ ਕਿਹਾ ਜਾਂਦਾ ਹੈ, ਪਰਮਾਤਮਾ ਦੀ ਜੋਤ ਵੀ ਕਿਹਾ ਜਾਂਦਾ ਹੈ, ਅਕਾਲ ਪੁਰਖ ਦੇ ਨੂਰ ਦੀ ਇੱਕ ਕਿਰਨ, ਇੱਕ ਚੰਗਿਆੜੀ, ਇਹਨੂੰ ਕਿਹਾ ਜਾਂਦਾ ਹੈ। ਪਰ ਦੋਵਾਂ ਦਾ ਅਸਲਾ ਇੱਕੋ ਹੀ ਹੈ। ਗੁਰੂ ਅਮਰਦਾਸ ਮਹਾਰਾਜ ਜਦੋਂ ਆਨੰਦ ਸਾਹਿਬ ਦੀ ਬਾਣੀ ਅਸੀਂ ਪੜ੍ਹਦੇ ਹਾਂ ਤਾਂ ਇਹ ਗੱਲ ਕਹਿੰਦੇ ਨੇ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਝ ਵਿੱਚ ਤਾਂ ਤੂੰ ਜਗ ਮੈਂ ਆਇਆ। ਸਰੀਰ ਤੇ ਆਤਮਾ ਅਵਸਥਾ ਕਰਕੇ ਇੱਕ ਸਥੂਲ ਚੀਜ਼ ਹੈ, ਇੱਕ ਸੂਖਸ਼ਮ ਚੀਜ਼ ਹੈ। ਇੱਕ ਨੂੰ ਅਸੀਂ ਵੇਖ ਸਕਦੇ ਹਾਂ, ਇੱਕ ਨੂੰ ਅਸੀਂ ਨਹੀਂ ਵੇਖ ਸਕਦੇ। ਸਥੂਲ ਜਿਹੜਾ ਸਰੀਰ ਹੈ, ਇਹ ਰਕਤ ਬਿੰਦ ਦੇ ਮੇਲ ਤੋਂ ਬਣਨਾ ਸ਼ੁਰੂ ਹੁੰਦਾ ਹੈ, ਤੇ ਰਕਤ ਇਸਤਰੀ ਦੇ ਸਰੀਰ ਦਾ ਹਿੱਸਾ ਹੁੰਦਾ ਤੇ ਬਿੰਦ ਮਰਦ ਦੇ ਸਰੀਰ ਦਾ ਹਿੱਸਾ ਹੁੰਦਾ। ਇਹ ਦੋਨੋਂ ਜੁਜ ਮਿਲ ਕੇ ਫਿਰ ਵੱਧਦੇ ਹਨ, ਪ੍ਰਫੁੱਲਤ ਹੁੰਦੇ ਹਨ, ਤੇ ਜੀਵ ਆਤਮਾ ਨੇ ਇੱਕ ਜਾਮਾ ਤਿਆਰ ਕਰਦੇ ਨੇ, ਇੱਕ ਜਗ੍ਹਾ ਤਿਆਰ ਕਰਦੇ ਹਨ, ਸਰੀਰ ਤਿਆਰ ਕਰਦੇ ਹਨ, ਜਿਹੜੀ
ਉਹ ਜਿਸ ਵਿੱਚ ਫਿਰ ਪਰਮਾਤਮਾ ਆਪਣੀ ਜੋਤ, ਆਪਣੀ ਅੰਸ਼, ਉਹਨੂੰ ਆਤਮਾ ਕਿਹਾ ਜਾਂਦਾ ਹੈ, ਉਹ ਰੱਖਦਾ ਹੈ। ਇਹ ਗੱਲ ਸਾਨੂੰ ਸਮਝ ਆ ਗਈ। ਅਸੀਂ ਇਹ ਗੱਲ ਸਮਝਦੇ ਹਾਂ ਕਿ ਇਹ ਜਿਹੜਾ ਸਰੀਰ ਹੈ, ਇਹ ਜੋ ਸਾਨੂੰ ਨਜ਼ਰ ਆਉਂਦਾ ਅਸਲ ਵਿੱਚ ਇੱਕ ਨਹੀਂ ਹੈ। ਇਹਦੇ ਵਿੱਚ ਪਰਮਪਿਤਾ ਪਰਮੇਸ਼ਰ ਦੀ ਜੋਤ ਹੈ, ਇਹਦੇ ਵਿੱਚ ਇਹ ਇੱਕ ਮਨ ਹੈ ਤੇ ਇੱਕ ਸਾਡਾ ਸਰੀਰ ਜੋ ਦੇਖਦਾ ਹੈ, ਇਹ ਹੈ। ਹੁਣ ਆਤਮਾ ਕੀ ਚੀਜ਼ ਹੈ? ਆਤਮਾ ਸੰਸਕ੍ਰਿਤ ਦੇ ਸ਼ਬਦ ਆਤ ਮਨ ਤੋਂ ਬਣਿਆ ਹੈ, ਜਿਹਦੇ ਅਰਥ ਬੜੇ ਸਪਸ਼ਟ ਹਨ, ਜਿਸ ਦੁਆਰਾ ਜਾਣਿਆ ਜਾਂਦਾ ਹੈ, ਭਾਵ ਗਿਆਨ ਦਾ ਆਧਾਰ ਰੂਪ। ਪ੍ਰਭੂ ਪਰਮਾਤਮਾ ਜੋ ਸਾਰੀ ਚੀਜ਼ਾਂ ਦੀ ਜਿੰਦ ਜਾਨ ਹੈ, ਜੋ ਸਭ ਦਾ ਆਧਾਰ ਹੈ, ਜੋ ਹਰ ਥਾਂ ਤੇ ਵਸ ਕੇ, ਹਰ ਥਾਂ ਤੇ ਬਰਾਜ ਕੇ ਇਹ ਸੰਸਾਰ ਨੂੰ ਜਿਹੜਾ ਹਿਲਾਉਂਦਾ ਚਲਾਉਂਦਾ ਹੈ, ਇਹ ਪ੍ਰਭੂ ਦੀ ਜੋਤ ਹੀ ਸਭ ਦਾ ਆਧਾਰ, ਉਹਨੂੰ ਆਤਮਾ ਕਿਹਾ ਜਾਂਦਾ ਹੈ। ਇਸ ਅੰਦਰਲੀ ਪ੍ਰਭੂ ਦੀ ਹੋਂਦ ਵਿੱਚ ਤੇ ਬਾਹਰਲੀ ਪ੍ਰਭੂ ਦੀ ਹੋਂਦ ਵਿੱਚ ਕੋਈ ਫਰਕ ਨਹੀਂ ਹੈ। ਪ੍ਰਭੂ ਹੋਂਦ ਇੱਕ ਹੀ ਹੈ। ਆਤਮ ਦਿਓ, ਦਿਓ ਹੈ ਆਤਮ, ਰਸ ਲਾਗੇ ਪੂਜ ਕਰੀਜੈ। ਇਹ ਕਲਿਆਣ ਰਾਗ ਵਿੱਚ ਗੁਰੂ ਰਾਮਦਾਸ ਮਹਾਰਾਜ ਦਾ ਬਚਨ ਆਉਂਦਾ ਹੈ। ਆਤਮਾ, ਪ੍ਰਭੂ ਹੋਂਦ ਆਤਮਾ ਸਾਰਿਆਂ ਨੂੰ ਰੋਸ਼ਨੀ, ਚਾਨਣ ਬਖਸ਼ਦਾ ਹੈ। ਸਭ ਗਿਆਨਾਂ ਦਾ ਆਧਾਰ ਵੀ ਉਹ ਹੈ। ਇਹੋ ਹੀ ਗੁਰੂ ਓੰਕਾਰ ਜੋ ਸ਼ਬਦ ਰੂਪ ਹੋ ਕੇ ਸਾਰਿਆਂ ਵਿੱਚ ਵਰਤਦਾ ਹੈ। ਜਾਂ ਆਤਮਾ ਦਾ ਦੂਜਾ ਰੂਪ ਅਸੀਂ ਕਰ ਲਈਏ, ਉਹ ਹੈ ਆਪਣਾ ਆਪ। ਜਿਵੇਂ ਸਾਡੀ ਹੋਂਦ ਸਾਡੇ ਆਪੇ ਜਾਂ ਆਪੇ ਭਾਵ ਨੂੰ ਜਲਾਉਂਦੀ ਹੈ, ਤਿਵੇਂ ਹੀ ਪ੍ਰਮਾਤਮਾ ਪ੍ਰਭੂ ਦਾ ਆਪਾ ਭਾਵ ਆਤਮਾ ਕੀ ਹੈ। ਆਤਮਾ ਕੀ ਹੈ? ਇਹ ਗੱਲ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਆਪਣੀ ਬਾਣੀ ਵਿੱਚ ਲਿਖੀ ਹੈ। ਅਚਰਜ ਕਥਾ ਮਹਾ ਅਨੂਪ, ਪ੍ਰਾਤਮਾ ਪਾਰ ਬ੍ਰਹਮ ਕਾ ਰੂਪ। ਫਿਰ ਇੱਕ ਸ਼ਬਦ ਹੋਰ ਵੀ ਆਉਂਦਾ ਗੁਰੂ ਪਾਤ ਵਿੱਚ, ਗੁਰੂ ਪਾਤਸ਼ਾਹ ਦੀ ਬਾਣੀ ਵਿੱਚ, ਗੌਣ ਰਾਗ ਦੇ ਵਿੱਚ। ਉਹਦੇ ਵਿੱਚ ਇਹਦਾ ਜ਼ਿਕਰ ਕੀਤਾ, ਨਾ ਇਹ ਬੁੱਢਾ, ਨਾ ਇਹ ਬਾਲਾ, ਨਾ ਇਸ ਦੁੱਖ ਨਹੀਂ ਜਮ ਜਾਲਾ, ਨਾ ਇਹ ਬਿਨਸੇ, ਨਾ ਇਹ ਜਾਏ, ਆਦ ਜੁਗਾਦੀ ਰਿਹਾ ਸਮਾਏ, ਨਾ ਇਸ ਉਸਨ ਨਹੀਂ ਇਸ ਸੀਤ, ਨਾ ਇਸ ਦੁਸ਼ਮਣ, ਨਾ ਇਸ ਮੀਤ। ਕੁਝ ਵਿਦਵਾਨਾਂ ਨੇ ਇਹ ਸ਼ਬਦ ਨੂੰ ਪਰਮਾਤਮਾ ਦੇ ਨਾਲ ਵੀ ਜੋੜਿਆ ਹੈ, ਪਰ ਪ੍ਰੋਫੈਸਰ ਸਾਹਿਬ ਸਿੰਘ ਜੀ, ਗੁਰੂ ਸਾਹਿਬ ਦਰਪਨ, ਗੁਰੂ ਗ੍ਰੰਥ ਸਾਹਿਬ ਦਰਪਨ ਅਤੇ ਇਹ ਪ੍ਰੋਫੈਸਰ ਹਰਬੰਸ ਸਿੰਘ ਜੀ ਨੇ ਆਪਣੇ ਸਟੀਕਾਂ ਵਿੱਚ ਇਹ ਸ਼ਬਦ ਆਤਮਾ ਦੇ ਲਈ ਹੀ ਇਸਤੇਮਾਲ ਕੀਤਾ ਹੈ। ਆਤਮਾ ਕਿਉਂਕਿ ਪਰਮਾਤਮਾ ਦਾ ਰੂਪ ਹੈ ਜੋ ਸਦਾ ਅਟਲ ਰਹਿਣ ਵਾਲਾ ਹੈ, ਤਾਂ ਆਤਮਾ ਦੀ ਹੋਂਦ ਵੀ ਸਦੀਵੀ ਹੈ। ਇਹ ਕਿਸੇ ਗਰਭ ਜੂਨੀ ਵਿੱਚ ਹੋ ਕੇ ਨਹੀਂ ਆਉਂਦੀ, ਇਹ ਖਿਆਲ ਕਰਨਾ, ਕਿਉਂਕਿ ਇਹਦਾ ਕੋਈ ਮਾਤਾ ਪਿਤਾ ਨਹੀਂ ਹੈ। ਇਸ ਦੀ ਹੋਂਦ ਸਦੀਵ ਹੈ, ਪਰੇ ਤੋਂ ਪਰੇ ਹੈ। ਆਤਮਾ ਦਾ ਕੋਈ ਲਿੰਗ ਭੇਦ ਵੀ ਨਹੀਂ ਹੈ ਵੀ ਇਹ ਇਸਤਰੀ ਹੈ ਜਾਂ ਮਰਦ ਹੈ, ਜਾਂ ਇਹ ਨਪੁੰਸਕ ਹੈ, ਜਾਂ ਕੋਈ ਇਸਦਾ ਲਿੰਗ ਹੈ। ਤਾਂ ਕੋਈ ਲਿੰਕ ਨਹੀਂ ਹੈ। ਇਹ ਸਰੀਰਧਾਰੀ ਨਾ ਹੋਣ ਕਰਕੇ ਨਾ ਵੱਧਦਾ ਹੈ ਨਾ ਘਟਦਾ ਹੈ, ਇਕਸਾਰ ਲਗਾਤਾਰ ਇਹਦਾ ਚੱਲਦਾ ਰਹਿੰਦਾ ਹੈ। ਇਹ ਆਤਮਾ ਹਰ ਵੇਲੇ ਉਨਮਨ ਅਵਸਥਾ ਦੀ ਜ਼ਿਕਰ ਜਿਹੜੀ ਕੀਤੀ ਹੈ, ਆਤਮਕ ਆਨੰਦ ਦੀ ਅਵਸਥਾ, ਭਾਵ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਕੇ, ਜਿਹਨੂੰ ਤੁਰਿਆ ਪਦ ਵੀ ਅਸੀਂ ਕਹਿ ਦਿੰਦੇ ਹਾਂ, ਆਨੰਦ ਦੀ ਅਵਸਥਾ ਹੈ ਜਾਂ ਮਿਲਾਪ ਦੀ ਅਵਸਥਾ ਹੈ, ਉਹਦੇ ਵਿੱਚ ਹਮੇਸ਼ਾ ਖੇਡ ਕਰਦਾ ਹੈ। ਇਸ ਕਰਕੇ ਇਸ ਦੀ ਸਮਾਨ ਬਿਰਤੀ ਹੈ, ਲਗਾਤਾਰ ਇੱਕੋ ਹੀ ਬਿਰਤੀ ਹੈ। ਇਹਦੀ ਆਪਣੀ ਕੋਈ ਇੱਛਾ ਨਹੀਂ ਹੈ। ਨਾ ਇਹਨੂੰ ਦੁੱਖ ਹੈ, ਨਾ ਇਹਨੂੰ ਸੁੱਖ ਹੈ, ਨਾ ਇਹਨੂੰ ਹਰਖ ਹੈ, ਨਾ ਇਹਨੂੰ ਸੋਗ ਹੈ, ਨਾ ਇਹਨੂੰ ਊਂਘ ਹੈ, ਨਾ ਭੁੱਖ ਹੈ। ਇਹਦਾ ਨਾ ਕੋਈ ਦੁਸ਼ਮਣ ਹੈ, ਨਾ ਇਹਦਾ ਕੋਈ ਮਿੱਤਰ ਹੈ। ਇਹ ਆਤਮਾ ਦੀ ਪਰਿਭਾਸ਼ਾ ਇਹ ਹੈ। ਹੁਣ ਜੀਵਾਤਮਾ ਦੀ ਗੱਲ ਕਰੀਏ। ਸਰੀਰ ਦਾ ਸਿਰਾ ਸੂਖਮਤ ਦੇ ਰੂਪ ਵਿੱਚ ਮਨ ਹੈ, ਤੇ ਮਨ ਦਾ ਅਖੀਰਲਾ ਸਿਰਾ ਸੂਖਸ਼ਮ ਰੂਪ ਵਿੱਚ ਜੀਵ ਆਤਮਾ ਨਾਲ ਜਾ ਕੇ ਮਿਲਦਾ ਹੈ। ਇਹ ਸਮਝ ਲਈਏ ਕਿ ਜਿੱਥੋਂ ਸਰੀਰ ਮੁੱਕਦਾ ਹੈ ਉੱਥੋਂ ਮਨ ਸ਼ੁਰੂ ਹੁੰਦਾ ਹੈ, ਤੇ ਜਿੱਥੇ ਮਨ ਮੁੱਕਦਾ ਹੈ ਉੱਥੇ ਆਤਮਾ ਦੀ ਸ਼ੁਰੂ ਹੁੰਦਾ ਹੈ। ਇਹਨਾਂ ਤਿੰਨਾਂ ਦੇ ਵਿਚਕਾਰ ਵਿੱਥ ਜਾਂ ਵੇਖਣ ਨੂੰ ਜਾਂ ਪਾੜੇ ਜਾਂ ਗੈਪ ਇਹ ਲੱਗਦੇ ਵੱਖਰੇ ਵੱਖਰੇ ਕਰ ਸਕਦੇ ਆ, ਨਹੀਂ ਕਰ ਸਕਦੇ ਹਾਂ, ਪਰ ਹੈ ਇੱਕੋ ਸੰਗਲੀ ਦੇ ਵਿੱਚ ਹੀ। ਇੱਕ ਸੰਗਲ ਦੇ ਜਿਵੇਂ ਇੱਕ ਸੰਗਲ ਦੀਆਂ ਕੁੰਡੀਆਂ ਵੱਖਰੀਆਂ ਵੱਖਰੀਆਂ ਹੁੰਦੀਆਂ ਹਨ, ਉਸੇ ਤਰ੍ਹਾਂ ਇਸ ਸੰਗਲ ਦਾ ਇੱਕ ਕੁੰਡਾ ਹੈ। ਇਹਨਾਂ ਵਿੱਚ ਫਰਕ ਕਿਸੇ ਕਿਸਮ ਦਾ ਹੈ ਨਹੀਂ, ਜਾਤ ਭੇਦ ਨਹੀਂ, ਕੋਈ ਹੋਰ ਚੀਜ਼ ਨਹੀਂ, ਪਰ ਪ੍ਰਮਾਤਮਾ ਤੇ ਜੀਵ ਆਤਮਾ ਦਾ ਅਸਲਾ ਇੱਕੋ ਹੀ ਹੈ। ਇਹ ਗੱਲ ਸਮਝਣ ਦੀ ਲੋੜ ਹੈ, ਕਿਉਂਕਿ ਜੀਵ ਆਤਮਾ ਪਰਮਾਤਮਾ ਦੀ ਅੰਸ਼ ਹੈ, ਉਹਦਾ ਹਿੱਸਾ ਹੈ।
ਜੀਵਾਤਮਾ ਆਪਣੀ ਜਿਹੜੀ ਹਾਲਾਤ ਹੈ, ਆਪਣੇ ਮੌਜੂਦਾ ਹਾਲਤ ਵਿੱਚ ਇਹ ਪ੍ਰਮਾਤਮਾ ਨਹੀਂ ਹੈ, ਪ੍ਰਮਾਤਮਾ ਦਾ ਹਿੱਸਾ ਹੈ। ਹਿੱਸਾ ਤੇ ਉਹ ਇੱਕ ਵੱਡੀ ਹੋਂਦ 'ਚ ਫਰਕ ਹੁੰਦਾ ਹੈ। ਗੁਰਬਾਣੀ ਦੀਆਂ ਕਈ ਤੁਕਾਂ ਤੋਂ ਸਾਨੂੰ ਇਹ ਗੱਲ ਪਤਾ ਲੱਗਦੀ ਹੈ ਕਿ ਜੀਵਾਤਮਾ ਤੇ ਪ੍ਰਮਾਤਮਾ ਇੱਕ ਹੀ ਹਨ, ਪਰ ਬਾਵਜੂਦ ਇਸ ਗੱਲ ਦੇ ਇਹ ਅਭੇਦਤਾ ਦੇ ਅਲੰਕਾਰਾਂ ਤੇ ਦ੍ਰਿਸ਼ਟਾਂਤਾਂ ਤੋਂ ਇਹ ਗੱਲ ਬੜੀ ਸਪਸ਼ਟ ਹੋ ਜਾਂਦੀ ਹੈ ਕਿ ਇਹ ਉਹਦਾ ਹਿੱਸਾ ਹੈ, ਆਪ ਪਰਮਾਤਮਾ ਨਹੀਂ ਹੈ। ਜਿਵੇਂ ਪਾਣੀ ਤੇ ਪਾਣੀ ਦੀ ਲਹਿਰ, ਜਲ ਤੇ ਜਲ ਦੀ ਤਰੰਗ, ਫਰਕ ਹੈ ਵੀ ਹੈ ਤੇ ਨਹੀਂ ਵੀ ਹੈ। ਵੱਖਰੀ ਹੋ ਜਾਏ ਤੇ ਤਰੰਗ ਕਹਿ ਦਿੰਦੇ ਆ, ਦੇਖਣ ਨੂੰ ਵੱਖਰੀ ਜਾਪਦੀ ਪਰ ਮੂਲ ਉਸਦਾ ਉਹੀ ਹੈ। ਇਸੇ ਤਰ੍ਹਾਂ ਸਾਗਰ ਤੇ ਸਾਗਰ ਦੀ ਲਹਿਰ, ਫਰਕ ਪ੍ਰਮਾਤਮਾ ਤੇ ਆਤਮਾ ਵਿੱਚ ਇਹ ਸਮਝਣਾ ਚਾਹੀਦਾ ਹੈ ਕਿ ਕਰਤਾਰ ਨੇ, ਜਿਵੇਂ ਇਸ ਤਰ੍ਹਾਂ ਮੈਂ ਕਹਿ ਲਵਾਂ ਕਿਸੇ ਕਾਰੀਗਰ ਨੇ ਕੁਰਸੀ ਬਣਾਈ, ਇਸੇ ਤਰ੍ਹਾਂ ਪ੍ਰਮਾਤਮਾ ਨੇ ਆਤਮਾ ਨੂੰ ਬਣਾਇਆ। ਕਾਰੀਗਰ ਤੇ ਕੁਰਸੀ ਦੋ ਅੱਡ-ਅੱਡ ਵਸਤਾਂ ਹਨ, ਕੁਰਸੀ ਕਾਰੀਗਰ ਨਹੀਂ ਬਣ ਸਕਦੀ, ਪਰ ਆਤਮਾ ਪ੍ਰਮਾਤਮਾ ਵਿੱਚ ਮਿਲ ਕੇ ਫਿਰ ਅਭੇਦ ਹੋ ਜਾਂਦੀ ਹੈ। ਇਹ ਆਤਮਾ ਪ੍ਰਮਾਤਮਾ ਕੋ ਆਈ ਹੈ, ਇਸ ਵਾਸਤੇ ਉਹਦਾ ਅਸਲਾ ਉਹੀ ਹੈ। ਇਹਨਾਂ ਦਾ ਸੰਬੰਧ ਇਸ ਤਰ੍ਹਾਂ ਹੈ ਜਿਵੇਂ ਸੂਰਜ ਤੇ ਉਸਦੀ ਕਿਰਨ ਦਾ, ਅੱਗ ਦਾ ਤੇ ਅੱਗ ਦੇ ਛੋਲੇ ਉਹਦੀ ਚੰਗਿਆੜੀ ਦਾ, ਧੂੜ ਦਾ ਤੇ ਧੂੜ ਦੇ ਕਿਨਕੇ ਦਾ, ਸਾਗਰ ਤੇ ਸਾਗਰ ਦੀ ਬੂੰਦ ਦਾ। ਇਹ ਜਿਹੜਾ ਇੱਕ ਅਕਾਲ ਉਸਤਤ ਦੇ ਵਿੱਚ ਸਾਨੂੰ ਇੱਕ ਸੋਈਆ ਵੀ ਮਿਲਦਾ ਹੈ, जैसे एक आग ते कनुका कोट आग उठे न्यारे न्यारे होए के फिर आग में मिलाएंगे, जैसे एक धूर ते नेक धूर पूरत है, धूर के कनुका फिर धूर ही समाएंगे, जैसे एक नद ते तरंग कोट उपजत है, पान के तरंग सब पान ही कहाएंगे, तैसे विश्व रूप ते अपूत भूत प्रगट होए, ताही ते उपज सब ताही में समाएंगे। ये काल उस्तत दे विच सानू इह सोइया मिलता है। ਇੱਥੋਂ ਗੱਲ ਪਤਾ ਲੱਗਦੀ ਹੈ ਕਿ ਜੀਵਾਤਮਾ ਤੇ ਪ੍ਰਮਾਤਮਾ ਇੱਕੋ ਹੀ ਹਨ, ਅਸਲਾ ਇੱਕੋ ਹੀ ਹੈ। ਪਰ ਇਹ ਨਹੀਂ ਕਿ ਜੀਵਾਤਮਾ ਹੁਣ ਜਿਵੇਂ ਹੈ ਉਸੇ ਤਰ੍ਹਾਂ ਰੱਬ ਹੈ, ਇਹ ਨਹੀਂ। ਸਾਗਰ ਜਾਂ ਨਦੀ, ਬੂੰਦ ਜਾਂ ਲਹਿਰ ਸਭ ਪਾਣੀ ਹਨ। ਭਾਈ ਨੰਦ ਲਾਲ ਸਿੰਘ ਜੀ ਨੇ ਇੱਕ ਬੜੀ ਖੂਬਸੂਰਤ ਗੱਲ ਲਿਖੀ ਦੀਵਾਨ ਗੋਇਆ ਦੇ ਵਿੱਚ, ਮੈਂ ਉਹਦਾ ਪੰਜਾਬੀ ਚੋਂ ਲੱਥਾ ਹੀ ਸਿਰਫ ਕਰਦਾ ਹਾਂ ਵੀ ਅਕਾਲ ਪੁਰਖ ਤੂੰ ਥਾਂ ਸਮੁੰਦਰ ਹੈ ਤੇ ਮੈਂ ਕੇਵਲ ਇੱਕ ਲਹਿਰ ਹਾਂ, ਤੂੰ ਮੇਰੇ ਨਾਲੋਂ ਉਸ ਤਰ੍ਹਾਂ ਵੱਖਰਾ ਹੈ ਜਿਵੇਂ ਅਸਮਾਨ ਜ਼ਮੀਨ ਤੋਂ ਵੱਖਰੀ ਹੈ ਤੇਰਾ ਹੀ ਰੂਪ। ਪਰ ਫਰਕ ਸਵਾਲ ਇਹ ਆ ਗਿਆ ਅਗਲਾ ਕਿ ਫਰਕ ਆਉਂਦਾ ਕਿੱਥੋਂ ਹੈ, ਫਰਕ ਹੈ ਕੀ ਚੀਜ਼। ਇਹ ਇੱਕ ਲੰਬਾ ਚੌੜਾ ਵਿਸ਼ਾ ਹੈ ਤੇ ਉਹਦੇ ਵਿੱਚ ਹਉਮੈ ਦਾ ਰੋਲ, ਕਈ ਕੁਝ ਹੋਰ ਚੀਜ਼ਾਂ ਆਉਂਦੀਆਂ ਹਨ। ਮੈਂ ਇਹਨੂੰ ਸੰਖੇਪ ਵਾਲੇ ਪਾਸੇ ਗੱਲ ਕਰਾਂ ਕਿ ਆਤਮਾ ਪਰਮ ਆਤਮਾ ਦੀ ਅੰਸ਼ ਹੈ, ਉਹਦਾ ਰੂਪ ਹੈ। ਇਹ ਪਰਮ ਆਤਮਾ ਦਾ ਨਾਲ ਅਭੇਦ ਰਹਿੰਦੀ ਹੈ। ਇਹਦੀ ਚਾਲ ਜਿਹੜੀ ਹੈ ਇਹ ਹਰ ਵੇਲੇ ਸਮਾਨ ਰਹਿੰਦੀ ਹੈ। ਸਰੀਰ ਦੇ ਵਿੱਚ ਹੈ, ਮਨ ਇਹਨਾਂ ਦੇ ਵਿੱਚ ਕੜੀ ਦਾ ਕੰਮ ਕਰਦਾ ਹੈ ਤੇ ਸਰੀਰ ਬਾਹਰਮੁਖੀ, ਜਦ ਮਨ ਜਿਹੜਾ ਜਦੋਂ ਬਾਹਰਮੁਖੀ ਹੁੰਦਾ ਹੈ ਉਹ ਸਰੀਰ ਨੂੰ ਆਪਣੀ ਮਰਜ਼ੀ ਮੁਤਾਬਕ ਚਲਾਉਂਦਾ ਹੈ। ਤੇ ਚੌਥੀ ਚੀਜ਼ ਦੇ ਵਿੱਚ ਇੱਕ ਬੁੱਧੀ ਹੈ ਜਿਹੜੀ ਪਰਮਪਿਤਾ ਪਰਮੇਸ਼ਰ ਨੇ ਦਿੱਤੀ ਹੈ, ਜਿਸ ਨਾਲ ਮਨ ਨੂੰ ਮੋੜ ਕੇ ਅਸੀਂ ਅੰਤਰਮੁਖੀ ਕਰਕੇ ਆਤਮਾ ਵਿੱਚ ਅਭੇਦ ਕਰ ਸਕਦੇ ਹਾਂ। ਫਿਰ ਇਹਨਾਂ ਦਾ ਮਨ ਤੇ ਆਤਮਾ ਦਾ ਭੇਦ ਮੁੱਕਦਾ ਹੈ ਤੇ ਫਿਰ ਇਹ ਆਤਮਾ ਪਰਮਾਤਮਾ ਦੀ ਜੋ ਹਿੱਸਾ ਹੈ, ਇਨਸਾਨ ਮੁਕੰਮਲ ਯਾਤਰਾ ਨੂੰ ਪੂਰੀ ਕਰ ਲੈਂਦਾ ਹੈ। ਤਾਂ ਇਹ ਗੱਲ ਥੋੜੀ ਜਿਹੀ ਸਮਝਣ ਵਾਲੀ ਹੈ ਕਿ ਆਤਮਾ ਨਾ ਬੁੱਢੀ ਹੈ, ਨਾ ਮਰਦੀ ਹੈ, ਨਾ ਜਿਉਂਦੀ ਹੈ, ਜਨਮ ਵੀ ਨਹੀਂ ਲੈਂਦੀ। ਇਹ ਪ੍ਰਮਾਤਮਾ ਨੇ ਆਪਣੀ ਜੋਤ ਰੱਖੀ ਹੈ, ਜਦੋਂ ਜੋਤ ਨਿਰੰਕਾਰ ਨੇ ਵਾਪਸ ਲੈਣੀ ਹੈ ਉਹ ਵਾਪਸ ਲੈ ਜਾਂਦਾ ਹੈ। ਸਰੀਰ ਜਾਂ ਮਨ ਦੀ ਜਿਹੜੀ ਹੋਂਦ ਹੈ ਇੱਥੇ ਹੀ ਖਤਮ ਹੋ ਜਾਂਦੀ ਹੈ, ਲੇਕਿਨ ਆਤਮਾ ਪਰਮਾਤਮਾ ਸਦਾ ਅਡੋਲ ਰਹਿੰਦੀ ਹੈ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਰਣਜੀਤ ਸਿੰਘ ਜੀ। ਸੰਗਤ ਜੀ, ਮੈਂ पहले बच्चे की किसी के विषय बहुत लंबा है तो पर फिर संक्षेप तौर पे जी ने दसिया तो इस विषय के तिना के ਵੱਖੋ ਵੱਖਰੇ ਲੈਕਚਰ ਵੀ ਜਿਹੜੇ ਨੇ ਉਹ YouTube ਤੁਹਾਨੂੰ ਮਿਲ ਸਕਦੇ ਨੇ। ਸਰੀਰ ਦਾ, ਮਨ ਤੇ ਆਤਮਾ, ਤਿੰਨੇ ਵੱਖੋ ਵੱਖ ਲੈਕਚਰ ਜਿਹੜੇ ਨੇ ਉਹ ਤੁਹਾਨੂੰ YouTube ਤੇ ਆਪਣੇ ਮਿਲ ਸਕਦੇ ਨੇ ਤੇ ਸਿੱਖ ਸਿਖਾ। ਚਲੋ ਜੀ ਅਗਲੇ ਸਵਾਲ ਵੱਲ ਚੱਲਦੇ ਹਾਂ। ਅਗਲਾ ਸਵਾਲ ਗੁਰਬਾਣੀ ਦੇ अर्थ भाव पूछे ने कि जो ब्रह्मंड सोई पिंडे जो खोजे सो पावै। पीपा जी का शब्द है जो गुरु ग्रंथ साहिब जी पन्ना 693 ते। मैं बेनती कर रहा जगीर सिंह जी नूं कि संखेप विच इन्हां तुकां दे अर्थ दस दिओ। जगीर सिंह वीर सिंह जी का मेरे कनेक्शन कट गया।
ਚਲੋ ਜਦ ਤੱਕ ਅਗਲਾ ਸਵਾਲ ਲੈ ਲੈਣੇ ਜੀ। ਆ ਗਏ ਦੁਬਾਰਾ ਜੁਆਇਨ। ਹਾਂਜੀ ਇਹ ਸ਼ਬਦ ਭਗਤ ਪੀਪਾ ਜੀ ਦਾ ਜੀ ਧਨਾਸਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ। ਕਾਇਓ ਦਾ ਮਤਲਬ ਹੈ ਸਰੀਰ, ਦੇਵਲ ਦਾ ਮਤਲਬ ਹੈ ਮੰਦਰ, ਜੰਗਮ ਦਾ ਮਤਲਬ ਹੈ ਸ਼ਿਵ ਦਾ ਉਪਾਸਕ। ਕਾਇਆ ਦੀ ਖੋਜ ਹੀ ਮੇਰੇ ਵਾਸਤੇ ਦੇਵਤਾ ਹੈ, ਜਿਸ ਦੀ ਮੈਂ ਆਰਤੀ ਕਰਨੀ ਹੈ। ਕਾਇਆ ਦੀ ਖੋਜ ਹੀ ਮੇਰਾ ਮੰਦਰ ਹੈ, ਜਿੱਥੇ ਮੈਂ ਸਰੀਰ ਅੰਦਰ ਵਸਦੇ ਪ੍ਰਭੂ ਦੀ ਆਰਤੀ ਕਰਦਾ ਹਾਂ। ਕਾਇਆ ਦੀ ਖੋਜ ਹੀ ਮੈਂ ਜੰਗਮ ਅਤੇ ਯਾਤਰੂ ਲਈ ਤੀਰਥ ਦੀ ਯਾਤਰਾ ਹੈ। ਅਗਲੀ ਪੰਕਤੀ ਹੈ ਜੀ, ਕਾਇਓ ਧੂਪ ਦੀਪ ਨੈਵੇਦਾ ਕਾਇਓ ਪੂਜੋ ਪਾਤੀ। ਨੈਵੇਦਾ ਮੈਨੇ ਹੁੰਦਾ ਦੁੱਧ ਦੀ ਖੀਰ ਆਦਿਕ ਸਵਾਦਲੇ ਭੋਜਨ। ਪੂਜੋ ਮੈਂ ਪੂਜਦਾ ਹਾਂ, ਪਾਤੀ ਮੈਨੇ ਪੱਤਰ। ਸਰੀਰ ਦੀ ਖੋਜ ਹੀ ਮੇਰੇ ਵਾਸਤੇ ਮੇਰੇ ਅੰਦਰ ਵਸਦੇ ਪ੍ਰਭੂ ਲਈ ਧੂਪ ਦੀਪ ਅਤੇ ਨਿਵੇਦ ਹੈ। ਕਾਇਆ ਦੀ ਖੋਜ ਕਰਕੇ ਹੀ ਮੈਂ ਮਾਨੋ ਪੱਤਰ ਰੱਖ ਕੇ ਆਪਣੇ ਅੰਦਰ ਵਸਦੇ ਇਸ਼ਟ ਦੇਵ ਦੀ ਪੂਜਾ ਕਰ ਰਿਹਾ ਹਾਂ। ਅੱਗੇ ਰਹਾਉ ਦੀ ਪੰਕਤੀ ਹੈ ਜੀ, ਕਾਇਆ ਬਹੁ ਖੰਡ ਖੋਜ ਤੇ ਨਵ ਨਿਧ ਪਾਈ। ਬਹੁ ਖੰਡ ਮੈਨੇ ਦੇਸ਼ ਦਸੰਤਰ, ਨਵ ਨਿਧ ਮੈਨੇ 9 ਖਜ਼ਾਨੇ। ਦੇਸ਼ ਦਸੰਤਰਾਂ ਨੂੰ ਖੋਜ ਕੇ ਆਖਰ ਆਪਣੇ ਸਰੀਰ ਦੇ ਅੰਦਰ ਹੀ ਮੈਂ ਪ੍ਰਭੂ ਦਾ ਨਾਮ ਰੂਪ 9 ਨਿਧੀ ਲੱਭ ਲਈ ਹੈ। ਨਾ ਕੁਛ ਆਇਬੋ ਨਾ ਕੁਛ ਜਾਇਬੋ ਰਾਮ ਕੀ ਦੁਹਾਈ। ਆਇਬੋ ਮੈਨੇ ਜੰਮੇਗਾ, ਜਾਇਬੋ ਮੈਨੇ ਮਰੇਗਾ, ਦੁਹਾਈ ਮੈਨੇ ਤੇਜ ਪ੍ਰਤਾਪ। ਹੁਣ ਮੇਰੀ ਕਾਇਆ ਵਿੱਚ ਪ੍ਰਭੂ ਦੀ ਯਾਦ ਦਾ ਤੇਜ ਪ੍ਰਤਾਪ ਹੈ। ਉਸ ਦੀ ਬਰਕਤ ਨਾਲ ਮੇਰੇ ਲਈ ਨਾ ਕੁਝ ਜੰਮਦਾ ਹੈ ਨਾ ਕੁਝ ਮਰਦਾ ਹੈ, ਭਾਵ ਮੇਰਾ ਜਨਮ ਮਰਨ ਮਿਟ ਗਿਆ ਹੈ ਜੀ। ਅੱਗੇ ਜੋ ਸਵਾਲ ਹੈ ਉਹ ਪੰਕਤੀ ਹੈ ਜੀ, ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ। ਪਿੰਡੇ ਮੈਨੇ ਸਰੀਰ ਵਿੱਚ, ਪਾਵੇ ਮੈਨੇ ਲੱਭ ਲੈਂਦਾ ਹੈ। ਜੋ ਸ੍ਰਿਸ਼ਟੀ ਦਾ ਰਚਨਹਾਰ ਪ੍ਰਭੂ ਸਾਰੇ ਬ੍ਰਹਮੰਡ ਵਿੱਚ ਵਿਆਪਕ ਹੈ, ਉਹੀ ਮਨੁੱਖਾ ਸਰੀਰ ਵਿੱਚ ਹੈ। ਜੋ ਮਨੁੱਖ ਆਪਣੇ ਸਰੀਰ ਅੰਦਰ ਖੋਜ ਕਰਦਾ ਹੈ, ਉਸ ਨੂੰ ਪ੍ਰਭੂ ਲੱਭ ਪੈਂਦਾ ਹੈ। ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਵੈ। ਪ੍ਰਣਵੈ ਮੈਨੇ ਬੇਨਤੀ ਕਰਦਾ ਹੈ, ਪਰਮ ਤਤ ਮੈਨੇ ਪਰਮ ਆਤਮਾ ਪਰਮਾਤਮਾ, ਪਰਲੇ ਤੋਂ ਪਰਲਾ ਤਤ ਲਿਖਾਵੇ ਮੈਨੇ ਜਣਾਉਂਦਾ ਹੈ। ਪੀਪਾ ਬੇਨਤੀ ਕਰਦਾ ਹੈ ਕਿ ਜੇ ਸਤਿਗੁਰ ਮਿਲ ਪਵੇ ਤਾਂ ਉਹ ਸਰੀਰ ਦੇ ਅੰਦਰ ਹੀ ਸਭ ਤੋਂ ਵੱਡੀ ਅਸਲੀਅਤ ਪਰਲੇ ਤੋਂ ਪਰਲਾ ਤਤ ਪ੍ਰਭੂ ਦਾ ਦਰਸ਼ਨ ਕਰਾ ਦਿੰਦਾ ਹੈ। ਇਸੇ ਭਾਵ ਦੇ ਗੁਰਬਾਣੀ ਵਿੱਚ ਬਹੁਤ ਸ਼ਬਦ ਹਨ, ਜਿਵੇਂ ਕਾਹੇ ਰੇਵਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਮਦ ਜਿਉ ਬਾਸ ਬਸਤ ਹੈ, ਮੁਕਰ ਮੈਂ ਜੈਸੇ ਸ਼ਾਈ, ਤੈਸੇ ਹੀ ਹਰ ਵਸੇ ਨਿਰੰਤਰ, ਘਟ ਹੀ ਖੋਜੋ ਭਾਈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਫਰੀਦਾ ਜੰਗਲ ਜੰਗਲ ਕਿਆ ਭਵੈ, ਬਨ ਕੱਡਾ ਕੰਡਾ ਮੋੜੇ, ਵਸੀ ਰੱਬ ਹਿਆਲੀਐ ਜੰਗਲ ਕਿਆ ਢੁੰਡੇ। ਸ਼ਬਦ ਦਾ ਅਰਥ ਭਾਵ ਅਰਥ ਹੈ, ਪਰਮਾਤਮਾ ਸਰਬ ਵਿਆਪਕ ਹੈ, ਜੋ ਬਾਹਰ ਵੀ ਹੈ ਸਾਡੇ ਅੰਦਰ ਵੀ ਹੈ, ਲੋੜ ਹੈ ਆਪਾ ਪਛਾਣਨ ਦੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਤਨੀ ਬੇਨਤੀ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਧੰਨਵਾਦ ਵੀਰ ਜਗੀਰ ਸਿੰਘ ਜੀ। ਤੋ ਸੰਗਤ ਜੀ, ਆਪ ਜੀ ਨੇ ਹੁਣ ਸਰਵਣ ਕੀਤਾ ਕਿ ਬਾਕੀ ਮਤਾਂ ਵਿੱਚ ਬੜੇ ਬੜੇ ਹੋਰ ਤਰੀਕੇ ਦੱਸੇ ਨੇ, ਜਿਨ੍ਹਾਂ ਮੁਤਾਬਕ ਕੋਈ ਸਰੀਰ ਦੇ ਕਸ਼ਟਾਂ ਨਾਲ ਸੰਬੰਧ ਹੈ, ਕੋਈ ਭਟਕਣਾ ਨਾਲ ਸੰਬੰਧ ਹੈ, ਪਰੰਤੂ ਗੁਰਬਾਣੀ ਸਾਨੂੰ ਸਾਰਿਆਂ ਪਾਸੋਂ ਹਟਾ ਕੇ ਕੇਵਲ ਆਪਣੇ ਅੰਦਰ ਝਾਤੀ ਮਾਰਨ ਦੀ ਗੱਲ ਕਹਿੰਦੀ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। तो सब कुछ अंदर है, सब कुछ करना है, बाहर ना है। तो सतगुरु कृपा कर ये जो बाणी ਦੇ ਅਸੀਂ ਉਪਦੇਸ਼ ਸੁਣਦੇ ਹਾਂ, ਉਹਦੀ ਸਾਨੂੰ ਸਮਝ ਆ ਰਿਹਾ ਹੈ, ਭਾਵ ਕਿ ਅਸੀਂ ਉਹਨਾਂ ਨੂੰ ਆਪਣੇ ਜੀਵਨ 'ਚ ਲਾਗੂ ਕਰੀਏ ਤੇ ਭਟਕਣਾ ਰਹਿਤ ਹੋ ਕੇ ਅਸੀਂ ਅੰਦਰ ਬੈਠੇ ਵਾਹਿਗੁਰੂ ਨਾਲ ਗੱਲ ਕਰੀਏ ਜੀ। ਧੰਨਵਾਦ ਵੀਰ ਜੀ। ਤੋਂ ਆਓ ਸੰਗਤ ਜੀ, ਜਿਹੜਾ ਅਗਲਾ ਸਵਾਲ ਹੈ
ਉਹ ਸਰ ਹਰਜਿੰਦਰ ਸਿੰਘ ਦਾ ਸਵਾਲ ਹੈ। ਉਹ ਕਹਿੰਦੇ ਨੇ ਵੀ ਕਦੀ ਕਿਸੇ ਨੇ ਇਹ ਨਹੀਂ ਕਿਹਾ ਵੀ ਇਹ ਇਸਲਾਮਿਕ ਮੌਸਕ ਹੈ, ਕਿਸੇ ਨੇ ਕਿਹਾ ਵੀ ਇਹ ਕ੍ਰਿਸਚੀਅਨਟੀ ਦਾ ਚਰਚ ਹੈ, ਪਰੰਤੂ ਸਾਡੇ ਕਹਿੰਦੇ ਸਿੱਖ ਟੈਂਪਲ। ਤੇ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਜਦ ਕਿ ਸਹੀ ਸ਼ਬਦ ਹੈ ਗੁਰਦੁਆਰਾ ਸਾਹਿਬ, ਅਸੀਂ ਗੁਰਦੁਆਰਾ ਸਾਹਿਬ ਹੁਣ ਤੇ ਸਿੱਖ ਟੈਂਪਲ ਲਫ਼ਜ਼ ਜਿਹੜਾ ਕਿਉਂ ਵਰਤਣ ਦਾ ਰੁਝਾਨ ਵੱਧ ਰਿਹਾ। ਬੇਨਤੀ ਕਰ ਰਹੇ ਵੀਰਿੰਦਰਪੀਰ ਸਿੰਘ ਜੀ ਨੂੰ ਵੀ ਇਹਦੇ ਬਾਰੇ ਕੁਝ ਚਾਨਣ ਪਾਉਣ। ਵੀਰਿੰਦਰਪੀਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸਵਾਲ ਵੀ ਰਾਜਾ ਸਿੰਘ ਜੀ ਨੇ ਆਪ ਜੀ ਦੇ ਸਾਹਮਣੇ ਸਪਸ਼ਟ ਤੌਰ ਤੇ ਰੱਖਿਆ ਹੈ। ਤਾਂ ਸੰਗਤ ਜੀ, ਜਿਸ ਤਰ੍ਹਾਂ ਦੀ ਕਿ ਵੀਰ ਜੀ ਨੇ ਦੱਸਿਆ ਕਿ ਮਸੀਤ ਜਿਹੜਾ ਸ਼ਬਦ ਹੈ ਜਾਂ ਮਸਜਿਦ ਹੈ, ਮਾਸਕ ਹੈ, ਇਹ ਮੁਸਲਮਾਨਾਂ ਦਾ ਧਾਰਮਿਕ ਸਥਾਨ ਹੈ ਅਤੇ ਉਹ ਇਸ ਨੂੰ ਰੱਬ ਦਾ ਘਰ ਵੀ ਸਮਝਦੇ ਹਨ, ਆਖਦੇ ਹਨ। ਇਸੇ ਤਰ੍ਹਾਂ ਚਰਚ ਈਸਾਈ ਲੋਕਾਂ ਦਾ ਧਾਰਮਿਕ ਸਥਾਨ ਹੈ, ਜਿਸ ਨੂੰ ਇਹ ਲਾਰਡਸ ਹਾਊਸ ਜਾਂ ਰੱਬ ਦਾ ਘਰ ਕਰਕੇ ਵੀ ਆਖਦੇ ਹਨ। ਤੇ ਬੁੱਧਿਜ਼ਮ ਵਿੱਚ, ਬੁੱਧ ਮਤ ਵਿੱਚ ਅਤੇ ਹਿੰਦੂ ਮਤ ਵਿੱਚ ਆਮ ਤੌਰ ਤੇ ਧਾਰਮਿਕ ਸਥਾਨ ਦਾ ਨਾਂ ਜਿਹੜਾ ਹੈ ਉਹ ਮੰਦਿਰ, ਜਿਸ ਨੂੰ ਅੰਗਰੇਜ਼ੀ ਵਿੱਚ ਟੈਂਪਲ ਵੀ ਆਖਿਆ ਜਾਂਦਾ ਹੈ। ਤੇ ਬਹੁਤੀ ਵਾਰ ਸਾਡੇ ਸਿੱਖ ਵੀਰ ਜਾਂ ਸਿੱਖ ਨੌਜਵਾਨ, ਕਿਉਂਕਿ ਆਪਸੀ ਤਾਲਮੇਲ ਜਦੋਂ ਵੀ ਹੁੰਦਾ ਹੈ ਦੂਜਿਆਂ ਦੇ ਨਾਲ, ਤੇ ਉਹਨਾਂ ਨੂੰ ਸਮਝਾਉਣ ਵਾਸਤੇ ਮੁਕਾਬਲੇ ਦੇ ਰੂਪ ਵਿੱਚ, ਕੰਪੈਰੀਜ਼ਨ ਦੇ ਰੂਪ ਵਿੱਚ ਗੁਰਦੁਆਰੇ ਨੂੰ ਸਿੱਖ ਟੈਂਪਲ ਆਖ ਦਿੰਦੇ ਹਨ, ਤੇ ਤਾਂ ਜੋ ਉਸ ਦੀ ਭਾਸ਼ਾ ਵਿੱਚ ਹੀ ਉਸ ਨੂੰ ਸਮਝਾਇਆ ਜਾਵੇ। ਤਾਂ ਸੰਗਤ ਜੀ, ਜੇਕਰ ਇੱਥੋਂ ਤੱਕ ਹੀ ਸਮਝਾਉਣ ਵਾਸਤੇ ਜਾਂ ਕੰਪੈਰੀਜ਼ਨ ਦੇ ਰੂਪ ਵਿੱਚ ਦੱਸਣ ਦੀ ਗੱਲ ਹੋਵੇ ਤਾਂ ਇਸ ਵਿੱਚ ਕੋਈ ਸੋਚ ਜਾਂ ਚਿੰਤਾ ਵਾਲੀ ਗੱਲ ਤਾਂ ਨਹੀਂ ਲੱਗਦੀ। ਪਰ ਚਿੰਤਾ ਤਾਂ ਫਿਕਰ ਦੀ ਗੱਲ ਉਦੋਂ ਹੋ ਜਾਂਦੀ ਹੈ ਜਦ ਅਸੀਂ ਇਸ ਸ਼ਬਦ ਨੂੰ ਆਪਣੇ ਹੀ ਸੱਭਿਆਚਾਰ ਦਾ ਇੱਕ ਹਿੱਸਾ ਬਣਾ ਲੈਂਦੇ ਹਾਂ। ਕਿ ਗੁਰਦੁਆਰਾ ਸਾਹਿਬਾਨ ਦੇ ਨਾਮਕਰਨ ਵੀ ਇਸ ਮਤਲਬ ਬੇਸਿਸ ਤੇ ਹੀ ਰੱਖਣੇ ਸ਼ੁਰੂ ਕਰ ਦਿੰਦੇ। ਜਿਵੇਂ ਕਿ ਉਦਾਹਰਨ ਦੇ ਤੌਰ ਤੇ ਵਿਦੇਸ਼ਾਂ ਦੇ ਵਿੱਚ ਆਮ ਤੌਰ ਤੇ ਇੱਕ ਵੇਖਿਆ ਗਿਆ ਕਿ ਸਿੱਖ ਟੈਂਪਲ ਕੁਝ ਕੁ ਗੁਰਦੁਆਰਿਆਂ ਦੇ ਨਾਮ ਵਜੋਂ ਪ੍ਰਚਲਿਤ ਕੀਤੇ ਜਾ ਰਹੇ ਹਨ। ਇੱਕ ਐਗਜ਼ਾਮਪਲ ਆਪ ਜੀ ਨੂੰ ਦੇਵਾਂਗੇ, ਰਾਮਗੜੀਆ ਸਿੱਖ ਟੈਂਪਲ ਬਰਮਿੰਘਮ। ਸੋ ਸੰਗਤ ਜੀ, ਇਸ ਚੀਜ਼ ਨੂੰ ਸਮਝਣ ਵਾਸਤੇ ਕਿ ਗੁਰਦੁਆਰੇ ਨੂੰ ਟੈਂਪਲ ਜਾਂ ਮੰਦਿਰ ਜਾਂ ਕਹਿਣ ਦਾ ਜਿਹੜਾ ਰੁਝਾਨ, ਜਿਸ ਤਰ੍ਹਾਂ ਦੀ ਵੀਰ ਜੀ ਨੇ ਕਿਹਾ ਕਿ ਵੱਧਦਾ ਜਾ ਰਿਹਾ ਹੈ ਜਾਂ ਵੱਧ ਰਿਹਾ ਹੈ, ਉਸ ਵਾਸਤੇ ਸਾਨੂੰ ਗੁਰਦੁਆਰੇ ਤੇ ਮੰਦਿਰ ਦੇ ਸਿਧਾਂਤਕ ਪਹਿਲੂਆਂ ਤੇ ਥੋੜਾ ਜਿਹਾ ਜਾਣਕਾਰੀ ਜਿਹੜੀ ਹੈ ਸਾਡੇ ਕੋਲ ਹੋਣੀ ਜ਼ਰੂਰੀ ਹੈ, ਤਾਂ ਜੋ ਇਹ ਫੈਸਲਾ ਹਰ ਸਿੱਖ ਨੌਜਵਾਨ, ਹਰ ਸਿੱਖ ਬੱਚਾ, ਹਰ ਸਿੱਖ ਬਜ਼ੁਰਗ ਆਪ ਕਰ ਸਕੇ ਕਿ ਆਇਆ ਅਸੀਂ ਗੁਰਦੁਆਰੇ ਨੂੰ ਸਿੱਖ ਟੈਂਪਲ ਜਾਂ ਹੋਰ ਕੋਈ ਨਾਂ ਦੇ ਨਾਲ ਆਖਣਾ ਸਾਡਾ ਉਚਿਤ ਹੈ ਜਾਂ ਨਹੀਂ। ਤਾਂ ਸੰਗਤ ਜੀ, ਮੰਦਿਰ ਸ਼ਬਦ ਜਿਹੜਾ ਹੈ ਇਹ ਸੰਸਕ੍ਰਿਤ ਦੇ ਮੰਦਿਰਮ ਤੋਂ ਨਿਕਲਿਆ ਹੈ ਤੇ ਇਸ ਨੂੰ ਹਿੰਦੂਆਂ ਦਾ ਧਾਰਮਿਕ ਸਥਾਨ ਆਖਦੇ ਹਨ। ਤੇ ਆਮ ਤੌਰ ਤੇ ਵੱਖ-ਵੱਖ ਮੰਦਿਰ ਜਿਹੜੇ ਹਨ ਉਹ ਵੱਖ-ਵੱਖ ਦੇਵੀ ਦੇਵਤਿਆਂ ਦੇ ਨਾਲ ਸੰਬੰਧਿਤ ਹੁੰਦੇ। ਭਾਵ ਉੱਥੇ ਅਲੱਗ-ਅਲੱਗ ਤੌਰ ਤੇ ਦੇਵੀ ਦੇਵਤਿਆਂ ਦੀ ਪੂਜਾ ਹੁੰਦੀ ਹੈ ਤੇ ਨਾਮ ਵੀ ਉਹਨਾਂ ਦੇ ਨਾਮ ਤੇ ਹੀ ਰੱਖਿਆ ਜਾਂਦਾ ਹੈ। ਜਿਵੇਂ ਉਦਾਹਰਨ ਦੇ ਤੌਰ ਤੇ ਦੇਵ ਮੰਦਿਰ, ਸ਼ਿਵ ਮੰਦਿਰ, ਹਨੂਮਾਨ ਮੰਦਿਰ, ਰਾਮ ਮੰਦਿਰ, ਕਾਲੀ ਮੰਦਿਰ ਆਦਿ। ਤੇ ਮੰਦਿਰ ਦੇ ਅੰਦਰ ਜਿਹੜੀ ਹੈ ਇੱਕ ਬਾਜ਼ਾਬਤਾ ਮੂਰਤੀ ਹੁੰਦੀ ਹੈ, ਜਿਸ ਮੂਰਤੀ ਦੀ ਪੂਜਾ ਕੀਤੀ ਜਾਂਦੀ। ਤੇ ਮੰਦਿਰ ਨੂੰ ਉਹ ਰੱਬ ਦਾ ਘਰ ਵੀ ਕਹਿੰਦੇ ਨੇ। ਇਸ ਤਰ੍ਹਾਂ ਦੀ ਦੇਵੀ ਦੇਵਤਿਆਂ ਦੇ ਘਰ ਵਜੋਂ ਵੀ ਜਿਹੜੇ ਮੰਦਿਰ ਹਨ ਇਹ ਜਾਣੇ ਜਾਂਦੇ। ਪਰ ਗੁਰਦੁਆਰੇ ਜਿਹੜੇ ਨੇ, ਜਿਹੜੇ ਕਿ ਸਿੱਖਾਂ ਦੇ ਇਹ ਪ੍ਰਚਾਰ ਦੇ ਸੋਮੇ ਮੰਨੇ ਜਾਂਦੇ ਹਨ। ਤੇ ਗੁਰਮਤ ਫਿਲਾਸਫੀ ਦੇ ਵਿੱਚ, ਗੁਰਮਤ ਫਲਸਫੇ ਦੇ ਵਿੱਚ ਗੁਰਦੁਆਰੇ ਨੂੰ ਰੱਬ ਦਾ ਘਰ ਜਾਂ ਗੁਰੂ ਦਾ ਘਰ ਇਹ ਨਹੀਂ ਹਨ, ਕਿਉਂਕਿ ਸਿੱਖ ਫਲਸਫੇ ਮੁਤਾਬਕ ਰੱਬ ਦਾ ਘਰ, ਰੱਬ ਸਾਰੀ ਸ੍ਰਿਸ਼ਟੀ ਦੇ ਵਿੱਚ ਸਮੋਇਆ ਹੋਇਆ ਹੈ। ਜਦ ਅਸੀਂ ਮੂਲ ਮੰਤਰ ਪੜ੍ਹਦੇ ਹਾਂ ਉਸ ਵਿੱਚ ਸਾਨੂੰ ਗਿਆਨ ਹੋ ਜਾਂਦਾ ਹੈ ਕਿ ਰੱਬ ਦਾ ਘਰ ਸਾਰੀ ਸ੍ਰਿਸ਼ਟੀ ਹੈ, ਸਾਰਾ ਜਗਤ ਹੀ ਰੱਬ ਦਾ ਘਰ। ਇਸੇ ਤਰ੍ਹਾਂ ਸ਼ਬਦ ਗੁਰੂ ਜਿਹੜਾ ਹੈ ਉਸਨੂੰ ਕਿਸੇ ਇੱਕ ਥਾਂ ਤੇ ਕੈਦ ਨਹੀਂ ਕੀਤਾ ਜਾ ਸਕਦਾ। ਸ਼ਬਦ ਜਿਹੜਾ ਸੁਤੰਤਰ ਹੈ ਉਹ ਹਰ ਥਾਂ ਤੇ ਵਿਆਪਕ ਹੈ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਹੈ, ਪਵਨ ਆਰੰਭ ਸਤ ਗੁਰਮਤਿ ਵੇਲਾ, ਤੇ ਇਸ ਨੂੰ ਕਿਸੇ ਚਾਰ ਦੀਵਾਰੀ ਦੇ ਵਿੱਚ ਕੈਦ ਨਹੀਂ ਕੀਤਾ ਜਾਂਦਾ। ਤੇ ਗੁਰੂ ਸਾਹਿਬਾਨ ਵਿੱਚ ਜਦ ਅਸੀਂ ਗੁਰੂ ਨਾਨਕ ਸਾਹਿਬ ਤੋਂ ਸਮੇਂ ਤੋਂ ਗੱਲ ਕਰਦੇ ਹਾਂ, ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਸੰਗਤ ਦੇ ਰੂਪ ਵਿੱਚ ਸਿੱਖ ਸਕੂਲ ਕਾਇਮ ਕੀਤੇ, ਜਿੱਥੇ ਰੱਬੀ ਗੁਣਾਂ ਦਾ ਗਾਇਨ ਹੁੰਦਾ ਸੀ ਤੇ ਗੁਣ ਸਿੱਖੇ ਜਾਂਦੇ ਸੀ। ਦੀ ਗੁਰਬਾਣੀ ਵਿੱਚ ਵੀ ਸਾਨੂੰ ਇਸ ਸੰਬੰਧੀ ਗੁਰੂ ਸਾਹਿਬਾਨ ਮਾਰਗਦਰਸ਼ਨ ਕਰਦੇ ਹਨ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ, ਜਾਂ ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾ।
ਅਤੇ ਗੁਰੂ ਸਾਹਿਬ ਨੇ ਕਰਤਾਰਪੁਰ ਸਮੇਂ ਇਹ ਸੰਗਤਾਂ ਜਿਹੜੀਆਂ ਸਨ ਉਸ ਸਮੇਂ ਆਸਥਾ ਤੇ ਡਿਵੈਲਪ ਹੁੰਦੀਆਂ ਸਿੱਖਾਂ ਲਈ, ਸੰਗਤਾਂ ਦੇ ਲਈ ਆਸਰਾ ਘਰ ਤੇ ਲੰਗਰ ਘਰ ਵੀ ਬਣ ਚੁੱਕੇ ਸੀ। ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਦੇ ਸਮੇਂ ਅਸੀਂ ਵੇਖਦੇ ਹਾਂ ਕਿ ਸੰਗਤਾਂ ਜਿਹੜੀਆਂ ਸਨ, ਇਹ ਸੰਗਤਾਂ ਸਿੱਖ ਸਕੂਲ ਅਤੇ ਸਰੀਰਕ ਕਸਰਤਾਂ ਦੇ ਰੂਪ ਵਿੱਚ ਮਲ ਅਖਾੜੇ ਵੀ ਬਣ ਗਏ। ਤੇ ਜਦ ਅਸੀਂ ਗੁਰੂ ਇਤਿਹਾਸ ਨੂੰ ਹੋਰ ਅੱਗੇ ਪੜ੍ਹਦੇ ਹਾਂ ਤਾਂ ਗੁਰੂ ਅਰਜਨ ਸਾਹਿਬ ਜੀ ਨੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਜੀ ਦੀ ਸਥਾਪਨਾ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸਦੇ ਸਾਹਮਣੇ ਅਕਾਲ ਤਖਤ ਸਾਹਿਬ ਸਿਰਜਿਆ। ਤਾਂ ਇਸ ਤੋਂ ਸਾਨੂੰ ਇਹ ਤੱਥ ਸਾਹਮਣੇ ਆਉਂਦੇ ਹਨ ਕਿ ਜਿਹੜਾ ਸਿੱਖ ਗੁਰਦੁਆਰਾ ਹੈ, ਇਹ ਜਿੱਥੇ ਗੁਰਬਾਣੀ ਦਾ ਸਮੁੰਦਰ ਵਿੱਚ ਲੀਨ ਹੋ ਜਾਣ ਵਾਲਾ ਮਹਾਨ ਕੇਂਦਰ ਹੈ, ਉੱਥੇ ਸਿੱਖ ਦੀ ਜੀਵਨ ਜਾਂਚ ਕਰਨ ਦਾ ਇੱਕ ਸੰਪੂਰਨ ਅਦਾਰਾ ਵੀ। ਅਤੇ ਸਿੱਖ ਦਾ ਗੁਰਦੁਆਰਾ ਵਿਦਿਆਰਥੀ ਲਈ ਵਿਦਿਆਲਾ, ਆਤਮਿਕ ਗਿਆਨ ਦੇ ਖੋਜੀਆਂ ਲਈ ਬ੍ਰਹਮ ਗਿਆਨ ਦਾ ਸੋਮਾ, ਰੋਗੀਆਂ ਲਈ ਦਵਾ ਘਰ, ਭੁੱਖਿਆਂ ਲਈ ਲੰਗਰ, ਮੁਥਾਜਾਂ ਲਈ ਪਨਾਹ ਘਰ ਅਤੇ ਰਾਹੀਆਂ ਲਈ ਵਿਸ਼ਰਾਮ ਘਰ ਜਾਂ ਵਿਸ਼ਰਾਮ ਅਸਥਾਨ ਮੰਨਿਆ ਜਾਂਦਾ ਹੈ। ਸੋ ਐਸੇ ਅਸਥਾਨ ਦੀ ਨਿਸ਼ਾਨਦੇਹੀ ਲਈ ਸਿੱਖ ਰਹਿਤ ਮਰਿਆਦਾ ਦੇ ਵਿੱਚ ਸਾਨੂੰ ਇਹ ਲਿਖਿਆ ਗਿਆ ਹੈ ਕਿ ਇਹ ਅਸਥਾਨ ਜਿਹੜੇ ਹਨ, ਇਹ ਲੋਕਾਂ ਦੇ ਸਹੀ ਸੇਧ ਦੇਣ ਵਾਲੇ ਸਥਾਨ, ਇਹਨਾਂ ਦੀ ਨਿਸ਼ਾਨਦੇਹੀ ਲਈ ਮੀਲਾਂ ਤੋਂ ਨਜ਼ਰ ਆਉਣ ਵਾਲਾ ਨਿਸ਼ਾਨ ਸਾਹਿਬ ਜਿਹੜਾ ਹੈ ਉਹ ਚਲਾਇਆ ਜਾਂਦਾ ਹੈ। ਜਿੱਥੋਂ ਦੂਰ ਤੋਂ ਪਤਾ ਚੱਲ ਜਾਵੇ ਇਹ ਗੁਰੂ ਦਾ ਘਰ ਹੈ, ਇਹ ਗੁਰਦੁਆਰਾ ਹੈ। ਅਤੇ ਹਰ ਗੁਰਦੁਆਰੇ ਦੇ ਵਿੱਚ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣ ਦੀ ਹਦਾਇਤ ਹੈ। ਕਿਸੇ ਹੋਰ ਗ੍ਰੰਥ ਜਾਂ ਪੁਸਤਕ ਦੇ ਪ੍ਰਕਾਸ਼ ਦੀ ਇੱਥੇ ਕੋਈ ਹਦਾਇਤ ਨਹੀਂ। ਦੂਸਰੀ ਗੱਲ, ਗੁਰਦੁਆਰਿਆਂ ਦੇ ਵਿੱਚ ਕਿਸੇ ਵੀ ਇਹ ਮਰਿਆਦਾ ਦੇ ਵਿੱਚ ਜਿਹੜੀਆਂ ਗੱਲਾਂ ਅੰਕਿਤ ਹਨ, ਕਿਸੇ ਵੀ ਮੂਰਤੀ ਜਾਂ ਫੋਟੋ ਨੂੰ ਰੱਖਣ ਦੀ ਹਦਾਇਤ ਨਹੀਂ, ਤੇ ਨਾ ਹੀ ਗੁਰਦੁਆਰੇ ਦੇ ਵਿੱਚ ਐਸੀ ਕੋਈ ਜਿਹੜੀ ਸੰਬੰਧਿਤ ਪੂਜਾ ਹੈ ਉਸ ਦੀ ਇਜਾਜ਼ਤ ਜਿਹੜੀ ਹੈ ਸਿੱਖ ਮਤ ਦੇ ਵਿੱਚ ਦਿੱਤੀ ਜਾਂਦੀ। ਤਾਂ ਦੂਸਰੇ ਸ਼ਬਦਾਂ ਦੇ ਵਿੱਚ ਕਹੀਏ ਕਿ ਸਿੱਖ ਦਾ ਗੁਰਦੁਆਰਾ ਨਿਰੀ ਇਮਾਰਤ ਹੀ ਨਹੀਂ, ਸਗੋਂ ਆਪਣੇ ਆਪ ਵਿੱਚ ਇੱਕ ਮੁਕੰਮਲ ਸੰਸਥਾ ਹੈ, ਜਿੱਥੇ ਇਨਸਾਨ ਦੀ, ਮਨੁੱਖ ਦੀ ਮੁਕੰਮਲ ਉਸਾਰੀ ਦਾ ਇਸ ਨੂੰ ਧੁਰਾ ਸਮਝਿਆ ਜਾ ਸਕਦਾ ਹੈ। ਤੇ ਸਿਧਾਂਤਕ ਤੌਰ ਤੇ ਗੁਰਦੁਆਰਾ ਸ਼ਬਦ ਹੀ ਆਪਣੇ ਆਪ ਵਿੱਚ ਸੰਪੂਰਨ ਹੈ ਅਤੇ ਸਿੱਖ ਲਈ ਇਸ ਨੂੰ ਕੇਵਲ ਤੇ ਕੇਵਲ ਗੁਰਦੁਆਰਾ ਹੀ ਕਹਿਣਾ ਚਾਹੀਦਾ ਹੈ। ਤੇ ਹੁਣ ਇੱਥੇ ਅਸੀਂ ਜਦ ਦੇਖਦੇ ਹਾਂ ਦੂਜੇ ਸ਼ਬਦਾਂ ਵਿੱਚ, ਜਦ ਅਸੀਂ ਸਿੱਖ ਟੈਂਪਲ ਜਾਂ ਸਿੱਖ ਮਾਸਕ ਜਾਂ ਸਿੱਖ ਚਰਚ ਅਗਰ ਕਹਿਣਾ ਸ਼ੁਰੂ ਕਰ ਦਈਏ, ਤੇ ਇਹ ਜਿਹੜੇ ਮੁਕਾਬਲੇ ਦੇ ਵਰਡਸ ਹਨ, ਇਹ ਸਿੱਖ ਗੁਰਦੁਆਰੇ ਲਈ ਬਿਲਕੁਲ ਸ਼ੋਭਾ ਨਹੀਂ ਦਿੰਦੇ, ਕਿਉਂਕਿ ਗੁਰਦੁਆਰਾ ਆਪਣੇ ਆਪ ਵਿੱਚ ਇੱਕ ਅਲੱਗ ਡੈਫੀਨੇਸ਼ਨ ਦੇ ਰਿਹਾ ਹੈ, ਅਲੱਗ ਸਿਧਾਂਤ ਸਮੋਇਆ ਹੋਇਆ ਹੈ। ਤਾਂ ਇਸੇ ਤਰ੍ਹਾਂ ਦੀ ਕਈ ਸਾਡੇ ਜਿਹੜੇ ਅਣਜਾਣ ਲੋਕ ਨੇ, ਜਿਹੜੇ ਗੁਰਮਤਿ ਸਿਧਾਂਤਾਂ ਤੋਂ ਪੂਰੀ ਤਰ੍ਹਾਂ ਦੀ ਵਾਕਿਫ ਨਹੀਂ ਨੇ, ਉਹ ਸਾਡੇ ਜਿਹੜੇ ਗੁਰੂ ਕਾਲ ਦੇ ਸਮੇਂ ਦੇ ਗੁਰਦੁਆਰਾ ਸਾਹਿਬ ਹਨ, ਜਿਸ ਨੂੰ ਅਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅੰਮ੍ਰਿਤਸਰ ਆਖਦੇ ਹਾਂ, ਉਸ ਨੂੰ ਵੀ ਬੜੇ ਗਲਤ ਤਰੀਕੇ ਦੇ ਨਾਲ ਗੋਲਡਨ ਟੈਂਪਲ, ਸੁਨਹਿਰੀ ਮੰਦਿਰ ਆਖਿਆ ਜਾਂਦਾ ਹੈ। ਤੇ ਇਹ ਵੀ ਸਿੱਖ ਸਿਧਾਂਤਾਂ ਦੇ ਬਿਲਕੁਲ ਖਿਲਾਫ ਹੈ। ਤੇ ਇਸੇ ਤਰ੍ਹਾਂ ਦੀ ਜੇ ਇਸ ਨੂੰ ਅਸੀਂ ਰੱਬ ਦਾ ਘਰ ਮੰਨ ਲਈਏ, ਹਰੀ ਦਾ ਘਰ ਮੰਦਿਰ ਆਖ ਕੇ ਕਈ ਲੋਕ ਹਰਮੰਦਰ ਸਾਹਿਬ ਵੀ ਆਖਦੇ ਹਨ, ਇਹ ਵੀ ਸਿੱਖ ਸਿਧਾਂਤਾਂ ਦੇ ਕਿਸੇ ਵੀ ਥਾਂ ਤੇ ਅਨੁਕੂਲ ਨਹੀਂ ਹੈ। ਸੋ ਦਰਬਾਰ ਸਾਹਿਬ ਦਾ ਵੀ ਨਾਂ ਜਿਹੜਾ ਹੈ ਉਹ ਸਿਧਾਂਤਕ ਤੇ ਇਤਿਹਾਸਕ ਤੌਰ ਤੇ ਜੋ ਸਾਨੂੰ ਬੋਲਣਾ ਚਾਹੀਦਾ ਹੈ, ਕੇਵਲ ਤੇ ਕੇਵਲ ਸ੍ਰੀ ਦਰਬਾਰ ਸਾਹਿਬ ਹੀ ਬੋਲਣਾ ਚਾਹੀਦਾ ਹੈ। ਸੋ ਆਸ ਹੈ ਜਿਨ੍ਹਾਂ ਵੀਰਾਂ ਨੇ ਸਵਾਲ ਪੁੱਛਿਆ ਹੋਵੇਗਾ ਉਹਨਾਂ ਨੂੰ ਆਪਣਾ ਜਵਾਬ ਮਿਲ ਗਿਆ ਹੋਵੇਗਾ। ਫਿਰ ਵੀ ਜੇ ਕੋਈ ਆਪ ਜੀ ਇਸ ਦੇ ਵਿੱਚ ਐਡੀਸ਼ਨ ਐਲਟਰੇਸ਼ਨ ਕਰਨਾ ਚਾਹੁੰਦੇ ਹੋ ਤਾਂ ਆਪ ਜੀ ਜ਼ਰੂਰ, ਆਪ ਜੀ ਦਾ ਸਵਾਗਤ ਹੈ ਜੀ। ਇਤਨੇ ਬਚਨ ਪ੍ਰਵਾਨ ਕਰਕੇ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਇੰਦਰਵੀਰ ਸਿੰਘ ਜੀ। ਸੰਗਤ ਜੀ, ਵੀਰ ਜੀ ਨੇ ਬੜੀ ਵਿਸਥਾਰ ਸਾਹਿਤ ਕੇਵਲ ਟੈਂਪਲ ਨਹੀਂ, ਹੋਰ ਗੱਲਾਂ ਵੀ ਜਿਹੜੀਆਂ ਸਾਨੂੰ ਦੱਸੀਆਂ ਨੇ, ਸਾਰੀਆਂ ਬੜੀਆਂ ਹੀ ਵਿਚਾਰ ਮੰਗਦੀਆਂ ਨੇ ਅੱਜ ਦੀ ਤਰੀਕ ਵਿੱਚ, ਕਿਉਂਕਿ ਅੱਜ ਜਿਹੜਾ ਗੱਲਾਂ ਨੂੰ ਅਸੀਂ ਮਾਮੂਲੀ ਸਮਝਦੇ ਹਾਂ, ਆਉਣ ਵਾਲੇ ਸਮੇਂ 'ਚ ਉਹ ਖਤਰਾ ਵੀ ਬਣ ਸਕਦੀ ਹੈ। ਮੇਰਾ ਇਸ਼ਾਰਾ ਆਪ ਜੀ ਸਮਝੇ। ਤੋ ਸਤਿਗੁਰੂ ਕਿਰਪਾ ਕਰੇ, ਸਾਨੂੰ ਪਤਾ ਹੋਣਾ ਚਾਹੀਦਾ, ਜਿਵੇਂ ਵੀਰ ਜੀ ਨੇ ਦੱਸਿਆ ਕਿ ਦੇਖੋ ਜਿਹੜਾ ਟੈਂਪਲ ਹੈ ਉਹ ਤਾਂ ਇੱਕ ਜਿਹੜਾ ਕਹਿੰਦੇ ਇੱਕ ਪੂਜਾ ਦਾ ਸਥਾਨ, ਗੁਰਦੁਆਰੇ ਪੂਜਾ ਦਾ ਸਥਾਨ ਨੇ। ਵੀਰ ਜੀ ਨੇ ਜਿਵੇਂ ਦੱਸਿਆ ਹੀ, ਇੱਥੇ ਤਾਂ ਪੂਰੀ ਮਤਲਬ ਘਾਲਤ ਘੜੀ ਜਾਂਦੀ ਹੈ, ਤੇ ਪਾਠਸ਼ਾਲਾ ਵੀ ਹੈ, ਇੱਥੇ ਹਸਪਤਾਲ ਵੀ ਹੈ, ਇੱਥੇ ਵਿਦਿਆ ਦਾ ਕੇਂਦਰ ਵੀ ਹੈ, ਇੱਥੇ ਧਾਰਮਿਕ ਸਿੱਖਿਆ ਤਾਂ ਹੈ ਹੀ ਹੈ। ਉਸ ਤੋਂ ਇਲਾਵਾ ਰਾਹਗੀਰਾਂ ਲਈ ਪਨਾਹ ਹੈ ਤੇ ਲੰਗਰ ਦੀ ਪ੍ਰਥਾ, ਬੜਾ ਕੁਛ ਹੈ। ਤੋ ਹੁਣ ਅੱਜ ਕੱਲ੍ਹ ਜਿਹੜਾ ਨਵਾਂ ਰਿਵਾਜ ਚੱਲ ਪਿਆ, ਗੁਰਦੁਆਰਾ ਸਾਹਿਬ ਥਾਂ ਤੇ ਗੁਰੂ ਕਰਕੇ ਆਏ ਨੇ। ਮੇਰੇ ਹਿਸਾਬ ਨਾਲ ਇਹ ਚੈੱਕ ਕਰਨਾ ਚਾਹੀਦਾ, ਜਿਵੇਂ ਵੀਰ ਜੀ ਨੇ ਐਕਸਪਲੇਨ ਕੀਤਾ ਹੀ ਹੈ ਕਿ ਗੁਰੂ ਦਾ ਘਰ ਤੇ ਹਰ ਥਾਂ ਤੇ, ਹਰ ਹਿਰਦਾ ਹੀ ਗੁਰੂ ਦਾ ਘਰ। ਇਸ ਕਰਕੇ ਆਪਾਂ ਲਫ਼ਜ਼ ਵਰਤੀ ਨਾ ਜਾਈਏ ਵੀ ਨਵਾਂ ਮਿਲਿਆ ਤੇ ਇਹ ਕਰ ਦਈਏ। ਤੋ ਹੁਣ ਇਹ ਜਿਹੜਾ ਗੁਰਦੁਆਰਾ ਸਾਹਿਬ ਦੇ ਗੁਰੂ ਕਰਕੇ ਆ ਜਾਂਦਾ, ਆਮ ਪ੍ਰਬੰਧਕ ਵੀ, ਪ੍ਰਚਾਰਕ ਵੀ ਕਹਿੰਦੇ ਨੇ
ਤੇ ਮੇਰੇ ਹਿਸਾਬ ਨਾਲ ਇਹਦੇ ਤੇ ਵੀ ਚੈੱਕ ਲੱਗਣਾ ਚਾਹੀਦਾ ਗੁਰਦੁਆਰਾ ਸਾਹਿਬ ਵਿੱਚ ਗੁਰਦੁਆਰਾ ਸੀ। ਧੰਨਵਾਦ ਇੱਕ ਵਾਰੀ ਫੇਰ ਕਰਦਾ ਹਾਂ ਸੰਗਤ ਜੀ। ਅਗਲੇ ਸਵਾਲ ਵੱਲ ਚੱਲਦਾ। ਅਗਲਾ ਸਵਾਲ ਜਿਹੜਾ ਉਹ ਮਨਜੀਤ ਸਿੰਘ ਜੀ ਖਾਲਸਾ ਉਹਨਾਂ ਨੇ ਪਾਇਆ ਸੀ ਤੇ ਉਹ ਕਹਿੰਦੇ ਨੇ ਕਿਉਂਕਿ ਆਸਾ ਕੀ ਵਾਰ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਉਚਾਰੀ ਹੈ ਔਰ ਉਹਨਾਂ ਨਾਲ ਸ਼ਲੋਕ ਵੀ ਹਨ, ਪਰ ਅਸੀਂ ਦੇਖਿਆ ਕਿ ਜਦ ਵੀ ਕੀਰਤਨ ਹੁੰਦਾ ਆਸਾ ਕੀ ਵਾਰ ਦੇ ਬਹੁਤ ਸਾਰੇ ਗੁਰਦੁਆਰੇ ਹਨ, ਪਹਿਲੇ ਕਹਿੰਦੇ ਕਿ ਮਹਿਲਾ ਚੌਥਾ ਕਿਹਾ ਜਾਂਦਾ। ਉਹ ਕਹਿੰਦੇ ਵੀ ਆਸਾ ਕੀ ਵਾਰ ਗਾਇਨ ਕਰਨ ਤੋਂ ਪਹਿਲਾਂ ਮਹਿਲਾ ਚੌਥਾ ਕਿਉਂ ਕਹਿੰਦੇ ਨੇ? ਮੈਂ ਬੇਨਤੀ ਕੀਤੀ ਵੀ ਐਮਪੀ ਸਿੰਘ ਜੀ ਨੂੰ, ਨਰਿੰਦਰਪਾਲ ਸਿੰਘ ਉਹ ਸਾਨੂੰ ਦੱਸਣਗੇ ਕਿ ਮਹਿਲਾ ਚੌਥਾ ਜਿਹੜਾ ਕਿਹਾ ਜਾਂਦਾ ਠੀਕ ਹੈ ਨਹੀਂ ਠੀਕ ਕਹਿਣਾ ਚਾਹੀਦਾ ਕਿ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਵਾਹਿਗੁਰੂ ਜੀ ਕੀ ਫਤਿਹ। ਜੋ ਸਵਾਲ ਆਇਆ ਹੈ ਆਸਾ ਕੀ ਵਾਰ ਦੀ ਬਾਣੀ ਦੇ ਕੀਰਤਨ ਦੇ ਸੰਬੰਧ ਵਿੱਚ, ਬੇਨਤੀ ਹੈ ਕਿ ਆਪ ਜੀ ਦੇ ਸਾਹਮਣੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿੱਥੇ ਆਸਾ ਕੀ ਵਾਰ ਦੀ ਬਾਣੀ ਦਰਜ ਹੈ ਉਸ ਦਾ ਪਾਠ ਆਪ ਜੀ ਦੇ ਸਾਹਮਣੇ ਸਕਰੀਨ ਤੇ ਦਿਖਾਇਆ ਜਾ ਰਿਹਾ ਹੈ। ਤੇ ਆਸਾ ਰਾਗ ਦੇ ਅੰਦਰ ਇਹ ਵਾਰ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 462 ਦੇ ਉੱਪਰ ਇਹ ਦਰਜ ਹੈ। ਇਹਦੀ ਆਰੰਭਤਾ ਮੂਲ ਮੰਤਰ ਦੇ ਸੰਪੂਰਨ ਸਰੂਪ ਤੋਂ ਹੁੰਦੀ ਹੈ, ਜਿਵੇਂ ਕਿ ਆਪ ਦੇਖ ਰਹੇ ਹੋ ਕਿ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਸੰਪੂਰਨ ਮੂਲ ਮੰਤਰ ਦੇ ਉੱਪਰ ਦਿੱਤਾ ਹੋਇਆ ਹੈ। ਇਸ ਤੋਂ ਬਾਅਦ ਰਾਗ ਦਾ ਨਾਮ ਹੈ, ਫਿਰ ਮਹਿਲਾ ਪਹਿਲਾ ਹੈ, ਆਸਾ ਮਹਿਲਾ ਪਹਿਲਾ। ਉਸ ਤੋਂ ਬਾਅਦ ਇਹਦੇ ਉੱਪਰ ਇੱਕ ਸਿਰਲੇਖ ਦਿੱਤਾ ਹੋਇਆ ਹੈ ਵਾਰ ਸ਼ਲੋਕਾਂ ਨਾਲ, ਸ਼ਲੋਕ ਵੀ ਮਹਿਲੇ ਪਹਿਲੇ ਕੇ ਲਿਖੇ ਕੁੰਡੇ ਅਸ ਰਾਜੇ ਕੀ ਧੁਨੀ। ਜਿੱਥੋਂ ਇਹ ਹਿਦਾਇਤ ਮਿਲਦੀ ਹੈ ਕਿ ਇਹ ਜਿਹੜੀ ਵਾਰ ਹੈ ਇਸ ਦੇ ਨਾਲ ਸ਼ਲੋਕ ਵੀ ਮਹਿਲੇ ਪਹਿਲੇ ਦੇ ਲਿਖੇ ਹੋਏ ਹਨ। ਤੇ ਇਸ ਵਾਰ ਨੂੰ ਜੋ ਪ੍ਰਚਲਿਤ ਇੱਕ ਵਾਰ ਹੈ ਆਮ ਪ੍ਰਚਲਿਤ ਪੰਜਾਬੀ ਦੇ ਵਿੱਚ ਹੈ ਕੁੰਡੇ ਅਸ ਰਾਜੇ ਦੀ, ਉਹਦੀ ਧੁਨ ਦੇ ਉੱਤੇ ਇਹਨੂੰ ਗਾਇਨ ਕਰਨਾ ਹੈ। ਇਸ ਤੋਂ ਬਾਅਦ ਜੋ ਹੈ ਬਾਣੀ ਦਾ ਪਾਠ ਆਰੰਭ ਹੁੰਦਾ ਹੈ, ਸ਼ਲੋਕ ਮਹਿਲਾ ਪਹਿਲਾ। ਫਿਰ ਇਹ ਸ਼ਲੋਕ ਆਉਂਦੇ ਹਨ। ਉਸ ਤੋਂ ਬਾਅਦ ਜੋ ਹੈ ਅੱਗੋਂ ਜਦੋਂ ਸ਼ਲੋਕਾਂ ਦੀ ਗਿਣਤੀ ਪੂਰੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਪੌੜੀ ਜਿਹੜੀ ਹੈ ਉਹ ਦਰਜ ਹੈ। तो कहने तो भाव की है कि आसा की वार दे अंदर गुरु रामदास पातशाह का कोई भी शब्द या कोई श्लोक कोई भी दर्ज नहीं है। तो पर आम जो कीर्तन किया जाता है तो ये आप सारे जानते हो कि रागी सिंह पहला ये उच्चारण करते हैं जी कि आसा महला चौथा छंत घर चौथा इस तरीके दे नाल पढ़ते हैं। तो वो जड़ा जिथों कीर्तन की आरंभता करते हैं वो इस तरह है जड़ा कि पन्ना 448 के उपर गुरु रामदास पातशाह जी उच्चारण किए हुए संत गुरु ग्रंथ साहब भी दर्ज हैं। उतों कीर्तन की आरंभता होती है, एक ओंकार सतगुर प्रसाद करके आसा महला चौथा छंत घर चौथा और अमृत पिन्ने लोए ना, इतों कीर्तन की आरंभता करते हैं। तो ये जड़े छंत की पहली पौड़ी है उन्होंने पढ़ के जन नानक मुश्क च घोलिया सब जन्म धन धन्ना तक पढ़ के फिर अगों पढ़ना शुरू कर दिया नित्य ओंकार सतनाम करता पुरख, जो कि आसा की वार के उपर दिता होया संपूर्ण मूल मंत्र है। ਹੁਣ सवाल ये पैदा होता है कि ये 448 अंक के उपर गुरु रामदास पातशाह के छंत दर्ज हैं ਅਤੇ 462 अंक के उपर गुरु अर्जन देव जी ने आसा राग के अंदर आसा की वार दर्ज की है। तो जे गुरु साहब ने इन्हां छंतां दे हिस्सिਆਂ ਨੂੰ वार दे नाल जोड़ना ਹੁੰਦਾ ਤਾਂ ਉਹ ਡੈਫੀਨੇਟਲੀ ਇਹਨਾਂ ਛੰਤਾਂ ਨੂੰ ਦਰਜ ਕਰ ਦਿੰਦੇ ਆਸਾ ਕੀ ਵਾਰ ਦੇ ਨਾਲ, ਜਿਵੇਂ ਕਿ मूल रूप हर वार का पौड़ियां ही होंदा है। ते गुरु अर्जन देव जी ने संपादना के समय श्लोकां नूं उहदे नाल जोड़िया। ते इवें ही अगर जे उन्हां नूं उन्हां दा विचार कि ये छंत नाल नाल पढ़े जाने चाहिए हैं तो वो जरूर एक एक छंत के हिस्से नूं एक एक श्लोक तो पहला दर्ज कर देंगे। ते फिर ताकि पाठ करने वाला भी पहला छंत का एक हिस्सा पढ़
ਲੈਂਦਾ, ਫਿਰ ਉਹ ਇੱਕ ਸ਼ਲੋਕ ਪੜ੍ਹਦਾ, ਫਿਰ ਪੌੜੀ ਪੜ੍ਹਦਾ, ਫਿਰ ਉਸ ਤੋਂ ਬਾਅਦ ਫਿਰ ਛੰਤ ਦਾ ਦੂਜਾ ਹਿੱਸਾ ਪੜ੍ਹਦਾ, ਜਿਸ ਤਰ੍ਹਾਂ ਕਿ ਕੀਰਤਨ ਕਰਨ ਵਾਲੇ ਕਰਦੇ ਹਨ। ਪਰ ਐਸਾ ਹੈ ਨਹੀਂ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਬਾਣੀ ਜਿਸ ਸਥਾਨ ਦੇ ਉੱਤੇ ਦਰਜ ਹੈ 448 ਅੰਕ ਦੇ ਉੱਪਰ, ਇਹ ਵੀ ਗੁਰੂ ਅਰਜਨ ਪਾਤਸ਼ਾਹ ਨੇ ਹੀ ਦਰਜ ਕੀਤੀ ਹੈ। ਔਰ ਇਹ ਰਾਗ ਦੇ ਅੰਦਰ ਜੋ ਸ਼ਬਦ ਦੀ ਔਰ ਛੰਤਾਂ ਦੀ ਔਰ ਅਸ਼ਟਪਦੀਆਂ ਦੀ ਜੋ ਤਰਤੀਬ ਹੈ, ਉਸੇ ਦੇ ਅਨੁਸਾਰ ਹੀ ਇਹਨੂੰ ਦਰਜ ਕੀਤਾ ਗਿਆ। ਹੁਣ ਇਹ ਚਾਂਸ ਦੀ ਗੱਲ ਹੈ ਕਿ ਇਹ 6 ਛੰਤ ਹਨ, ਹਰ ਛੰਤ ਦੇ ਅੰਦਰ 4-4 ਪਦੇ ਹਨ, ਇਹਨਾਂ ਦੀ ਗਿਣਤੀ ਟੋਟਲ 24 ਬਣ ਜਾਂਦੀ ਹੈ। ਤੇ ਕਿਸੇ ਬੰਦੇ ਨੂੰ ਉਤਸ਼ਾਹ ਆਇਆ ਜਾਂ ਮਨ ਦੇ ਅੰਦਰ ਪਤਾ ਨਹੀਂ ਕੀ ਵਿਚਾਰ ਆਇਆ ਤੇ ਉਹਨੇ ਇਹ 24 ਪੌੜੀਆਂ ਨੂੰ ਆਸਾ ਦੀ ਵਾਰ ਦੇ 24 ਪੌੜੀਆਂ ਦੇ ਸ਼ਲੋਕਾਂ ਦੇ ਨਾਲ ਰਲਾ ਕੇ ਪੜ੍ਹਨੀ ਸ਼ੁਰੂ ਕਰ ਦਿੱਤੀ। ਇੱਕ ਗੱਲ ਬੜੀ ਸਪਸ਼ਟਤਾ ਨਾਲ ਕਹੀ ਜਾ ਸਕਦੀ ਹੈ ਕਿ ਐਸਾ ਕੋਈ ਨਿਰਦੇਸ਼ ਨਾ ਗੁਰੂ ਰਾਮਦਾਸ ਪਾਤਸ਼ਾਹ ਵੱਲੋਂ ਦਿੱਤਾ ਗਿਆ ਤੇ ਨਾ ਹੀ ਗੁਰੂ ਅਰਜਨ ਦੇਵ ਜੀ ਵੱਲੋਂ ਦਿੱਤਾ ਗਿਆ। ਆਸਾ ਦੀ ਵਾਰ ਦਾ ਕੀਰਤਨ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਸੰਗਤ ਦੇ ਵਿੱਚ ਰੋਜ਼ ਅੰਮ੍ਰਿਤ ਵੇਲੇ ਹੋਣਾ ਆਰੰਭ ਹੋ ਚੁੱਕਾ ਸੀਗਾ। ਭਾਈ ਗੁਰਦਾਸ ਦੀ ਰਚਨਾ ਦੇ ਵਿੱਚੋਂ ਇਹਦੀ ਜੋ ਹੈ ਨਿਸ਼ਾਨੀ ਦੀ ਇਹਦਾ ਇਸ਼ਾਰਾ ਮਿਲਦਾ ਹੈ ਕਿ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਕੀਤਾ ਜਾਂਦਾ ਸੀਗਾ। ਤੇ ਉਦੋਂ ਤਾਂ ਪੱਕੀ ਗੱਲ ਹੈ ਕਿ ਵੀ ਇਹ ਛੰਤ ਅਜੇ ਹੋਂਦ ਵਿੱਚ ਹੀ ਨਹੀਂ ਸੀ ਆਏ। ਗੁਰੂ ਅੰਗਦ ਪਾਤਸ਼ਾਹ ਦੇ ਕੁਝ ਸ਼ਲੋਕ ਹਨ ਜਿਹੜੇ ਕਿ ਉਹ ਬਾਅਦ ਵਿੱਚ ਦਰਜ ਕੀਤੇ ਗਏ ਹਨ, ਤੇ ਲੇਕਿਨ ਬਹੁਤੇ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਦੇ ਆਪਣੇ ਉਚਾਰਨ ਕੀਤੇ ਹੋਏ ਹਨ, ਜਿਸ ਕਰਕੇ ਸਿਰਲੇਖ ਵਿੱਚ ਵੀ ਮੈਂਸ਼ਨਡ ਹੈ ਕਿ ਸ਼ਲੋਕ ਵੀ ਮੈਲੇ ਪਹਿਲੇ ਕੇ ਲਿਖੇ। तो ਇਹਨਾਂ ਅੰਦਰਲੀਆਂ ਗਵਾਹੀਆਂ ਤੋਂ ਇਹ ਗੱਲ ਸਪਸ਼ਟ ਹੈ ਕਿ ਇਹਨਾਂ ਛੰਤਾਂ ਦਾ ਆਸਾ ਦੀ ਵਾਰ ਦੇ ਨਾਲ ਕੋਈ ਸੰਬੰਧ ਹੈ ਨਹੀਂ। तो ਇਸ ਕਰਕੇ ਕੀਰਤਨੀ ਸਿੰਘਾਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਜੋ ਮੂਲ ਰੂਪ ਵਿੱਚ ਆਸਾ ਕੀ ਵਾਰ ਦੀ ਬਾਣੀ ਹੈ ਉਹ ਰਾਗ ਆਸਾ ਵਿੱਚ ਸੰਪੂਰਨ ਮੂਲ ਮੰਤਰ ਤੋਂ ਸ਼ੁਰੂ ਹੋ ਕੇ ਤੇ ਸਿਰਲੇਖ ਤੋਂ ਬਾਅਦ ਪਹਿਲੇ ਸ਼ਲੋਕ ਬਲਿਹਾਰੀ ਗੁਰ ਆਪਣੇ ਦਿਹਾੜੀ ਸਦ ਵਾਰ ਤੋਂ ਹੀ ਆਰੰਭ ਹੁੰਦੀ ਹੈ। ਉਹ ਇਹ ਲੇਕਿਨ ਹੁਣ ਚੀਜ਼ ਪ੍ਰਚਲਿਤ ਹੋ ਚੁੱਕੀ ਹੈ ਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ 100 ਤੋਂ ਵੱਧ ਸਾਲਾਂ ਤੋਂ ਇਹ ਚੀਜ਼ ਚੱਲਦੀ ਆ ਰਹੀ ਹੈ। तो ਇਸ ਨੂੰ ਮੋੜਨਾ ਰੋਕਣਾ ਆਲਮੋਸਟ ਇਹਨੂੰ ਕਹਿ ਸਕਦੇ ਹਾਂ ਕਿ ਅਸੰਭਵ ਹੈ। तो यही वजह है कि क्योंकि ये छंत ਜਿਹੜੇ ਹਨ ਗੁਰੂ ਰਾਮਦਾਸ ਪਾਤਸ਼ਾਹ ਦੇ ਉਚਾਰਨ ਕੀਤੇ ਗਏ ਹਨ ਤੇ ਇਸ ਦੀ ਆਰੰਭਤਾ ਦੇ ਵਿੱਚ ਫਿਰ ਇਹਨਾਂ ਨੂੰ ਪੜ੍ਹਨਾ ਹੀ ਪੈਂਦਾ ਕਿ ਆਸਾ ਮਹਲਾ ਚੌਥਾ ਛੰਤ ਘਰ ਚੌਥਾ। ਤਾਂ ਇਸ ਕਰਕੇ ਬਹੁਤੇ ਰਾਗੀ ਇਹ ਵਾਲਾ ਸਿਰਲੇਖ ਪੜ੍ਹ ਕੇ ਹੀ ਆਸਾ ਦੀ ਵਾਰ ਦਾ ਕੀਰਤਨ ਆਰੰਭ ਕਰਦੇ ਅਤੇ ਨਾਲ ਨਾਲ ਇਹ ਵੀ ਬੋਲ ਦਿੰਦੇ ਹਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ। ਖਾਸ ਤੌਰ ਤੇ ਦਰਬਾਰ ਸਾਹਿਬ ਦੇ ਅੰਦਰ ਜਦੋਂ ਕੀਰਤਨ ਕੀਤਾ ਜਾਂਦਾ ਹੈ ਤਾਂ ਇਸ ਤਰੀਕੇ ਦੇ ਵਚਨ ਬੋਲੇ ਜਾਂਦੇ ਹਨ, ਜਦ ਕਿ ਆਸਾ ਦੀ ਵਾਰ ਦੇ ਨਾਲ ਇਹਨਾਂ ਛੰਤਾਂ ਦਾ ਗੁਰੂ ਸਾਹਿਬ ਦੇ ਵੱਲੋਂ ਕੋਈ ਸਿੱਧਾ ਸੰਬੰਧ ਨਹੀਂ ਦਿੱਤਾ ਗਿਆ। तो कारण जो है वो केवल एक प्रचलित मर्यादा है जो कि गुरु साहबान ਵੱਲੋਂ नहीं शुरू की गई। कदों शुरू हुई ਇਹਦੇ ਬਾਰੇ ਸਾਡੇ ਕੋਲ ਕੋਈ ਸਪਸ਼ਟ ਇਤਿਹਾਸਕ ਲਿਖਤ ਜਾਂ ਕੋਈ ਸਬੂਤ ਹੈ ਨਹੀਂ ਹੈ, ਪਰ ਇੰਨਾ ਜ਼ਰੂਰ ਹੈ ਕਿ ਕਾਫੀ ਲੰਬੇ ਸਮੇਂ ਤੋਂ ਇਹ ਚੱਲਦੀ ਆ ਰਹੀ ਹੈ। यही कारण है कि इस तरीके ਨਾਲ ਇਹ ਪਹਿਲਾ ਚੌਥਾ ਬੋਲਿਆ ਜਾਂਦਾ। तो इतनी बेनती प्रवान करना जी। वाहिगुरू जी का खालसा ਵਾਹਿਗੁਰੂ ਜੀ। ਇਹ ਪ੍ਰਥਾ ਕਦੋਂ ਸ਼ੁਰੂ ਹੋਈ? ਵੀਰ ਜੀ ਨੇ ਦੱਸਿਆ ਇਹਦਾ ਖੁਰਾਕ ਭੋਜਨ ਨਹੀਂ ਲੱਭਿਆ। ਹਾਂਜੀ, ਸੰਗਤ ਚੋਂ ਕਿਸੇ ਨੂੰ ਕੋਈ ਇਨਫੋਰਮੇਸ਼ਨ ਹੋਵੇ ਵੀ ਇਹ ਛੰਤ ਜਿਹੜੇ ਨੇ ਇਹ ਕਦੋਂ ਤੋਂ ਆਸਾ ਕੀ ਵਾਰ ਨਾਲ ਜੁੜੇ ਨੇ ਤਾਂ ਉਹ ਕਿਰਪਾ ਕਰਕੇ ਜ਼ਰੂਰ ਦੱਸੇ ਜਾਣ, ਸਾਨੂੰ ਲੱਭੇ ਨਹੀਂ। ਇੱਕ ਗੱਲ ਸੰਗਤ ਜੀ, ਮੈਂ ਇਸ ਸ਼ਬਦ ਤੋਂ ਮੈਂ ਬੇਨਤੀ ਕਰਦੇ ਹਾਂ ਕਿ ਨਾਮ ਤੇ ਹੈਗਾ ਆਸਾ ਕੀ ਵਾਰ ਕਰਕੇ ਨਾਮ, ਪਰ ਆਮ ਤੌਰ ਤੇ ਆਸਾ ਦੀ ਵਾਰ ਕਹੀ ਜਾਂਦੇ। ਪਰ ਹੈਰਾਨੀ ਦੀ ਗੱਲ ਹੈ, ਮੈਂ ਕੁਝ ਇੱਕ ਗੁਟਕੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛਾਪੇ ਨੇ ਉਹਨਾਂ ਦੇ ਬਾਹਰ ਵੀ ਉਹਨਾਂ ਦਾ ਨਾਮ ਜਿਹੜਾ ਹੈ ਉਹ ਆਸਾ ਦੀ ਵਾਰ ਲਿਖਿਆ, ਜਦਕਿ ਗੁਰੂ ਗ੍ਰੰਥ ਸਾਹਿਬ ਦੇ ਇੰਡੈਕਸ ਵਿੱਚ ਇਹ ਆਸਾ ਕੀ ਵਾਰ ਹੈ। तो ਇਹ ਵੀ ਸਾਨੂੰ ਖਿਆਲ ਰੱਖਣ ਦੀ ਲੋੜ ਹੈ, ਕਿਉਂਕਿ ਜਿਹੜੀ ਚੀਜ਼ਾਂ ਸਾਡੇ ਜ਼ੁਬਾਨ ਤੇ ਚੜ ਜਾਣ ਜਿਹੜੀਆਂ ਆਮ ਪ੍ਰਚਲਿਤ ਹੋ ਜਾਣ, ਜਿਵੇਂ ਅੱਜ ਦਾ ਸਵਾਲ ਵੀ ਆਇਆ ਕਿ ਮਹਿਲਾ ਚੌਥਾ ਤੋਂ ਸ਼ੁਰੂ ਕਰਨਾ, ਹਾਂਜੀ ਉਹ ਹੋ ਜਾਂਦੀ। ਹਾਲਾਂਕਿ ਉਹਦੀ ਕੋਈ ਲੱਭ ਨਹੀਂ ਰਿਹਾ ਵੀ ਕਦੋਂ ਤੋਂ ਸ਼ੁਰੂ ਹੋਇਆ ਜਾਂ ਕਿਸ ਨੇ ਸ਼ੁਰੂ ਕੀਤਾ, ਕਿਹੜੀ ਸੰਸਥਾ ਨੇ ਸ਼ੁਰੂ ਕੀਤਾ। तो ਗੁਰੂ ਸਾਹਿਬਾਨ ਨੇ ਨਹੀਂ ਸੀ, ਜਿਵੇਂ ਵੀਰ ਜੀ ਨੇ ਦੱਸਿਆ। ਬਹੁਤ ਬਹੁਤ ਧੰਨਵਾਦ ਹੈ। तो ਆਓ ਸੰਗਤ ਜੀ, ਅਗਲਾ ਸਵਾਲ ਜਿਹੜਾ ਹੈ ਉਹ ਆਮ ਤੌਰ ਤੇ ਜਿਵੇਂ ਅਸੀਂ ਦੇਖਦੇ ਹਾਂ ਵੀ ਜਿਸ ਵੇਲੇ ਕੋਈ ਵਿਆਹ ਸ਼ਾਦੀ ਹੁੰਦੀ ਹੈ ਤਾਂ ਜਿਹੜਾ ਬੱਚਾ ਜਿਹਨੂੰ ਵਿਆਹ ਕਰਾਉਣ ਜਾ ਰਿਹਾ ਹੁੰਦਾ ਨੰਦ ਘਰ,
ਉਹਦੇ ਹੱਥ ਵਿੱਚ ਕਿਰਪਾਨ ਦਿੱਤੀ ਜਾਂਦੀ ਹੈ ਸ੍ਰੀ ਸਾਹਿਬ ਜੀ ਨੂੰ। ਔਰ ਇੱਥੋਂ ਤੱਕ ਜਿਹੜੇ ਅਨੁਮਤੀ ਹੈ, ਜਿਹੜੇ ਆਪਣੇ ਹਿਸਾਬ ਨਾਲ ਉਹਨਾਂ ਨੇ ਵਿਆਹ ਕਰਾਉਣਾ ਹੁੰਦਾ, ਉਹਨਾਂ ਦੇ ਹੱਥ ਵਿੱਚ ਹੀ ਬਹੁਤਿਆਂ ਦੇ ਆਪਾਂ ਕਈ ਵਾਰ ਦੇਖਦੇ ਹਾਂ ਉਹਨਾਂ ਨੇ ਪਕੜੀ ਹੁੰਦੀ। ਤਾਂ ਸਵਾਲ ਕਰਤਾ ਨੇ ਪੁੱਛਿਆ ਬਈ ਆਇਆ ਇਹ ਜਾਇਜ਼ ਹੈ ਜਾਂ ਇਹਦਾ ਕੀ ਕੋਈ ਮਹੱਤਵ ਹੈ, ਪਕੜਨਾ ਚਾਹੀਦੀ ਹੈ ਨਹੀਂ ਚਾਹੀਦੀ? ਹਾਂਜੀ, ਬੇਨਤੀ ਹੈ ਵੀਰ ਪੁੱਤਰ ਸਿੰਘ ਜੀ, ਕਿਰਪਾ ਕਰਕੇ ਇਹਦੇ ਸਾਨੂੰ ਸੰਖੇਪ ਤੌਰ ਤੇ ਸਮਝਾਓ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਕਿ ਵੀਰ ਜੀ ਵੱਲੋਂ ਸਵਾਲ ਕੀਤਾ ਗਿਆ ਕਿ ਵਿਆਹ ਵੇਲੇ ਜਾਂ ਆਨੰਦ ਕਾਰਜ ਵੇਲੇ ਲਾੜਾ ਆਪਣੇ ਹੱਥ ਵਿੱਚ ਕਿਰਪਾਨ, ਤਲਵਾਰ ਜਾਂ ਸ੍ਰੀ ਸਾਹਿਬ ਆਪਾਂ ਕੁਝ ਵੀ ਨਾ ਲੈ ਸਕਦੇ ਹਾਂ, ਉਹ ਕਿਉਂ ਪਕੜਦਾ ਹੈ? ਸੋ ਮੈਂ ਇਹ ਸਮਝਦਾ ਹਾਂ ਕਿ ਇਸ ਦਾ ਉੱਤਰ ਇੱਕ ਜਾਂ ਦੋ ਲਾਈਨਾਂ ਵਿੱਚ ਨਹੀਂ ਦਿੱਤਾ ਜਾ ਸਕਦਾ, ਬਲਕਿ ਇਹ ਵਿਸਥਾਰ ਮੰਗਦਾ ਹੈ। ਤੇ ਆਪਾਂ ਇਹਦਾ ਨੰਬਰ ਵਾਈਜ਼ ਇਹਦਾ ਉੱਤਰ ਦੇਵਾਂਗੇ। ਨੰਬਰ 1, ਅਸੀਂ ਆਮ ਹੀ ਸੁਣਦੇ ਸੀ ਕਈ ਸਿੱਖ ਪਰਿਵਾਰਾਂ ਦੇ ਵਿੱਚ ਬੱਚੇ ਦੇ ਜਨਮ ਤੋਂ ਬਾਅਦ ਜੋ ਪਹਿਲੀ ਵਾਰ ਜਨਮ ਘੁੱਟੀ ਪਿਲਾਈ ਜਾਂਦੀ ਹੈ, ਤੇ ਉਹਦੇ ਵਿੱਚ ਵੀ ਸ੍ਰੀ ਸਾਹਿਬ ਭੇਟ ਕਰਕੇ ਪਿਲਾਉਂਦੇ ਆ। ਭਾਵ ਇਹ ਕਈ ਪਰਿਵਾਰਾਂ ਦੇ ਵਿੱਚ ਰਵਾਇਤ ਸੀ, ਪੁਰਾਣੇ ਸਮਿਆਂ ਦੇ ਵਿੱਚ ਜਨਮ ਘੁੱਟੀ ਬੱਚੇ ਨੂੰ ਦਿੱਤੀ ਜਾਂਦੀ ਸੀ। ਹੋ ਸਕਦਾ ਕਿਤੇ ਅੱਜ ਵੀ ਪਿਲਾਈ ਜਾਂਦੀ ਹੋਵੇ, ਪਰ ਉਹਦੇ ਵਿੱਚ ਵੀ ਸ੍ਰੀ ਸਾਹਿਬ ਭੇਟ ਕਰਕੇ ਫਿਰ ਬੱਚੇ ਨੂੰ ਪਿਲਾਉਂਦੇ ਸੀ। ਤੇ ਦੂਜਾ ਹੈ ਜੀ, ਰਹਿਤ ਮਰਜ਼ਾਦਾ ਅਨੁਸਾਰ ਵੀ ਸਿੱਖ ਦੀ ਪਰਿਭਾਸ਼ਾ ਵਿੱਚ ਲਿਖਿਆ ਹੈ ਕਿ ਸਿੱਖ ਦਸ਼ਮੇਸ਼ ਜੀ ਦੇ ਖੰਡੇ ਬਾਟੇ ਦੇ ਅੰਮ੍ਰਿਤ ਦਾ ਧਾਰਨੀ ਹੋਵੇ। ਭਾਵ ਹਰ ਸਿੱਖ ਨੇ ਕਿਰਪਾਨ ਪਹਿਨਣੀ ਹੈ, ਪਹਿਨੀ ਹੋਣੀ ਚਾਹੀਦੀ ਹੈ। ਇਹ ਸਿੱਖ ਦੀ ਪਰਿਭਾਸ਼ਾ ਹੈ। ਤੀਜਾ ਹੈ ਜੀ, ਸਾਡੀ ਭਾਵ ਸਿੱਖ ਕੌਮ ਦੀ ਜੋ ਅਰਦਾਸ ਹੈ ਉਸ ਵਿੱਚ ਵੀ ਬਾਰ-ਬਾਰ ਸ੍ਰੀ ਸਾਹਿਬ ਤਲਵਾਰ ਜਾਂ ਕਿਰਪਾਨ ਦਾ ਜ਼ਿਕਰ ਹੈ। ਜਿਵੇਂ ਸ਼੍ਰੀ ਭਗਉਤੀ ਜੀ ਸਹਾਇ, ਇਹ ਭਗਉਤੀ ਦੇ ਅਰਥਾਂ ਬਾਰੇ ਭਾਵੇਂ ਪੰਥ ਦੇ ਵਿੱਚ ਵਾਦ ਵਿਵਾਦ ਹੈ। ਜੇਕਰ ਇਸ ਨੂੰ ਅਸੀਂ ਇੱਕ ਪਾਸੇ ਵੀ ਰੱਖ ਦਈਏ ਤਾਂ ਅਰਦਾਸ ਦੇ ਵਿੱਚ ਅੱਗੇ ਚੱਲ ਕੇ ਆਉਂਦਾ ਹੈ ਜੀ, ਦੇਗ ਚਲਾਈ ਤੇਗ ਵਾਹੀ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰੈਤ, ਦੇਗ ਤੇਗ ਫਤਿਹ। ਇੱਥੇ ਦੇਗ ਦੇ ਨਾਲ ਤੇਗ ਵੀ ਹੈ। ਫਿਰ ਅੱਗੇ ਆਉਂਦਾ ਜੀ, ਸ਼੍ਰੀ ਸਾਹਿਬ ਜੀ ਸਹਾਇ। ਭਾਵ 3-4 ਵਾਰੀ ਸਾਡੀ ਜਿਹੜੀ ਅਰਦਾਸ ਹੈ ਰੋਜ਼ਾਨਾ ਸਵੇਰੇ ਸ਼ਾਮ, ਉਹਦੇ ਵਿੱਚ ਵੀ ਇਸ ਸ਼੍ਰੀ ਸਾਹਿਬ ਜਾਂ ਆਪਾਂ ਕਿਰਪਾਨ ਦਾ ਜ਼ਿਕਰ ਕੀਤਾ ਜਾਂਦਾ ਹੈ। ਨੰਬਰ 4 ਜੀ, ਤਖਤਾਂ ਦੇ ਖਾਸ ਸਥਾਨ ਉੱਤੇ ਜਾਣ ਵਾਸਤੇ ਵੀ ਕਿਰਪਾਨ ਦਾ ਹੋਣਾ ਜ਼ਰੂਰੀ ਹੈ, ਕਿਰਪਾਨ ਧਾਰੀ ਹੋਣਾ ਜ਼ਰੂਰੀ ਹੈ। ਅੱਗੇ ਹੈ ਜੀ ਨੰਬਰ 5, ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਉੱਤੇ ਵੀ ਸਰਬਲੋਹ ਦਾ ਭਾਲਾ ਬਰਸ਼ਾ ਜਾਂ ਖੰਡਾ, ਭਾਵ 2 ਧਾਰੀ ਤਲਵਾਰ, ਜਿਹਨੂੰ ਖੰਡੇ ਨੂੰ ਅਸੀਂ 2 ਧਾਰੀ ਤਲਵਾਰ ਵੀ ਕਹਿੰਦੇ ਹਾਂ, ਉਹ ਜ਼ਰੂਰ ਹੋਣਾ ਚਾਹੀਦਾ ਹੈ। ਇਹ ਸਾਡੀ ਪੰਥਕ ਮਰਿਆਦਾ ਹੈ। ਸਿੱਖ ਰਹਿਤ ਮਰਿਆਦਾ ਅਨੁਸਾਰ ਕਿਸੇ ਵੀ ਸਿੱਖ ਪਰਿਵਾਰ ਲਈ ਕੁੜਮਾਈ ਦੀ ਰਸਮ ਜ਼ਰੂਰੀ ਨਹੀਂ ਹੈ, ਪਰ ਜੇਕਰ ਕਰਨੀ ਹੋਵੇ ਤਾਂ ਸੰਗਤ ਜੋੜ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲੜਕੀ ਵਾਲੇ ਇੱਕ ਕਿਰਪਾਨ, ਕੜਾ ਤੇ ਕੁਝ ਮਿੱਠਾ ਲੜਕੇ ਦੇ ਪੱਲੇ ਪਾ ਦੇਣ। ਭਾਵ ਇੱਥੇ ਵੀ ਸ੍ਰੀ ਸਾਹਿਬ ਦਾ ਜ਼ਿਕਰ ਹੈ ਕਿ ਉਹ ਲੜਕੇ ਦੇ ਪੱਲੇ ਪਾ ਦੇਣ। ਅੱਗੇ ਹੈ ਜੀ ਨੰਬਰ 7, ਜੇਕਰ ਲੜਕਾ ਅੰਮ੍ਰਿਤਧਾਰੀ ਹੈ ਤਾਂ ਜਿਹੜੇ ਲੜਕੀ ਦੇ ਸਮਝਦਾਰ ਮਾਂ ਪਿਓ ਹੈ ਉਹ ਵੀ ਲੜਕੀ ਨੂੰ ਆਨੰਦ ਕਾਰਜ ਤੋਂ ਪਹਿਲਾਂ ਅੰਮ੍ਰਿਤ ਪਾਨ ਕਰਵਾ ਦਿੰਦੇ ਹਨ। ਭਾਵ ਸ੍ਰੀ ਸਾਹਿਬ ਪਹਿਨਾ ਦਿੰਦੇ ਹਨ, ਜੋ ਕਿ ਜ਼ਰੂਰੀ ਵੀ ਹੈ। ਅੱਗੇ ਹੈ ਜੀ 8ਵਾਂ ਨੰਬਰ 8, ਅੰਮ੍ਰਿਤ ਸੰਸਕਾਰ ਬਾਰੇ ਆਪ ਸਾਰੇ ਜਾਣਦੇ ਹੀ ਹੋ ਕਿ ਕਿਵੇਂ 5 ਪਿਆਰੇ ਤਿਆਰ ਹੋ ਕੇ ਅੰਮ੍ਰਿਤ ਛਕਾਉਂਦੇ ਹਨ, ਅਤੇ ਜਿਹੜੇ ਅੰਮ੍ਰਿਤ ਅਵਲਾਖੀ ਅੰਮ੍ਰਿਤ ਛਕਣ ਆਉਂਦੇ ਹਨ ਉਹ ਵੀ 5 ਕਕਾਰ ਪਹਿਨ ਕੇ ਆਉਂਦੇ ਆ। ਉੱਥੇ ਵੀ ਸ੍ਰੀ ਸਾਹਿਬ ਮੌਜੂਦ ਹੈ। ਭਾਵ ਉੱਥੇ 5 ਕੱਕਿਆਂ ਦੇ ਵਿੱਚ ਇੱਕ ਸ੍ਰੀ ਸਾਹਿਬ ਵੀ ਹੈ। ਨਾ ਅਸੀਂ ਭਾਵੇਂ ਕੁਝ ਵੀ ਲੈ ਸਕਦੇ ਹਾਂ। ਅੱਗੇ ਹੈ ਜੀ ਨੰਬਰ 9, ਹਰ ਇੱਕ ਸਿੱਖ ਦਾ ਜੋ ਆਖਰੀ ਸੰਸਕਾਰ ਹੈ, ਮੈਂ ਸਾਡੀ ਰਹਿਤ ਮਰਜ਼ਾਦਾ ਦੇ ਦਾਇਰੇ 'ਚ ਹੀ ਗੱਲ ਕਰ ਰਿਹਾ, ਹਰ ਇੱਕ ਸਿੱਖ ਦਾ ਜੋ ਆਖਰੀ ਸੰਸਕਾਰ ਹੈ ਜੀ, ਉਹ ਹੈ ਜੀ ਅਕਾਲ ਚਲਾਣਾ। ਉੱਥੇ ਵੀ ਇਹ ਦਰਜ ਹੈ ਕਿ ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਵਾ ਕੇ ਸਵੱਛ ਬਸਤਰ ਪਾਏ ਜਾਣ
ਅਤੇ 5 ਕਕਾਰਾਂ ਨੂੰ ਜੁਦਾ ਨਾ ਕੀਤਾ ਜਾਵੇ, ਜਿਨ੍ਹਾਂ ਵਿੱਚ ਇਹ ਸ੍ਰੀ ਸਾਹਿਬ ਵੀ ਹੈ। ਹੁਣ ਆਪਾਂ ਜਿਹੜਾ ਸਵਾਲ ਪੁੱਛਿਆ ਗਿਆ ਹੈ ਉਹਦੇ ਬਾਰੇ ਗੱਲ ਕਰਦੇ ਹਾਂ। ਜੇਕਰ ਆਨੰਦ ਕਾਰਜ ਵੇਲੇ ਕਿਸੇ ਸਿੱਖ ਲੜਕੇ ਦੇ ਹੱਥ ਵਿੱਚ ਕਿਰਪਾਨ ਭਾਵ ਸ੍ਰੀ ਸਾਹਿਬ ਹੋਣੀ ਚਾਹੀਦੀ ਹੈ ਜਾਂ ਨਹੀਂ, ਤਾਂ ਮੈਂ ਸਮਝਦਾ ਹਾਂ ਕਿ 101% ਹੋਣੀ ਚਾਹੀਦੀ ਆ, ਬਿਲਕੁਲ ਹੋਣੀ ਚਾਹੀਦੀ ਹੈ। ਹਾਂ, ਕਿਉਂਕਿ ਸਿੱਖ ਦਾ ਤਾਂ ਜਨਮ ਤੋਂ ਲੈ ਕੇ ਅਖੀਰ ਤੱਕ, ਅੰਤਮ ਸੰਸਕਾਰ ਤੱਕ ਕਿਰਪਾਨ ਜਾਂ ਸ੍ਰੀ ਸਾਹਿਬ ਨਾਲ ਗੂੜਾ ਰਿਸ਼ਤਾ ਹੈ। ਸਾਨੂੰ ਆਪਣੇ ਖੁੱਲੇ ਦਿਲ ਨਾਲ ਇਸ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ, ਭਾਵੇਂ ਲੜਕੇ ਨੇ ਅੰਮ੍ਰਿਤ ਛਕਿਆ ਹੈ ਜਾਂ ਨਹੀਂ, ਕਿਉਂਕਿ ਉਹ ਘੱਟੋ ਘੱਟ ਇੱਕ ਸਿੱਖ ਪਰੰਪਰਾ ਨੂੰ ਤਾਂ ਨਿਭਾ ਹੀ ਰਿਹਾ ਹੈ ਨਾ। ਚਾਹੀਦਾ ਤਾਂ ਇਹ ਹੈ ਕਿ ਉਹ ਸਾਰੀਆਂ ਸਿੱਖ ਪਰੰਪਰਾਵਾਂ ਨੂੰ ਪੂਰਾ ਕਰੇ। ਜਿੱਥੇ ਕਿਤੇ ਘਾਟ ਹੈ ਉੱਥੇ ਕਈ ਵਾਰ ਅਜਿਹਾ ਵੀ ਦੇਖਿਆ ਗਿਆ ਕਿ ਅਗਰ ਕਿਤੇ ਰਹਿਤ ਮਰਜ਼ਾਦਾ ਵਿੱਚ ਥੋੜ੍ਹੀ ਬਹੁਤੀ ਘਾਟ ਕਮੀ ਪੇਸ਼ੀ ਹੈ ਤਾਂ ਆਮ ਤੌਰ 'ਤੇ ਕਈ ਜ਼ਿਆਦਾ ਕੱਟੜ ਸਿੱਖ ਜਿੰਨੀ ਕੁ ਮਰਜ਼ਾਦਾ ਨਿਭਾਈ ਜਾ ਰਹੀ ਹੈ ਉਸ ਨੂੰ ਵੀ ਬੰਦ ਕਰਨ ਨੂੰ ਕਹਿ ਦਿੰਦੇ ਹਨ, ਜਿਹੜਾ ਕਿ ਇੱਕ ਬਹੁਤ ਹੀ ਖਤਰਨਾਕ ਰੁਝਾਨ ਹੈ। ਚਾਹੀਦਾ ਤਾਂ ਇਹ ਸੀ ਜਾਂ ਚਾਹੀਦਾ ਇਹ ਹੈ ਕਿ ਜੇਕਰ ਕੋਈ ਕਮੀ ਪੇਸ਼ੀ ਹੈ ਤਾਂ ਉੱਥੇ ਸਾਰਿਆਂ ਨੂੰ ਰਲ ਮਿਲ ਕੇ ਬੈਠ ਕੇ ਉਸ ਦੇ ਹੱਲ ਬਾਰੇ ਸੋਚਣਾ ਚਾਹੀਦਾ ਹੈ। ਕਈ ਵਾਰ ਛੋਟੇ ਛੋਟੇ ਮੁੱਦੇ ਹੀ, ਭਾਵ ਇਹੋ ਜਿਹੀ ਕੋਈ ਰਹਿਤ ਮਰਜ਼ਾਦਾ ਬਾਰੇ, ਗੁਰਬਾਣੀ ਪੜ੍ਹਨ ਪੜ੍ਹਾਉਣ ਬਾਰੇ ਜਾਂ ਪਹਿਰਾਵੇ ਬਾਰੇ ਛੋਟੇ ਛੋਟੇ ਮੁੱਦੇ ਹੀ ਇੱਕ ਪਿੰਡ ਵਿੱਚ ਜਾਂ ਕੁਝ ਏਰੀਏ ਵਿੱਚ ਜਾਂ ਸਮੁੱਚੀ ਸਿੱਖ ਕੌਮ ਵਿੱਚ ਹੀ ਧੜੇਬਾਜ਼ੀ ਦਾ ਕਾਰਨ ਬਣ ਜਾਂਦੇ ਹਨ, ਜਿਸ ਦਾ ਸਿੱਖ ਵਿਰੋਧੀ ਮਾਨਸਿਕਤਾ ਵਾਲੇ ਨਜਾਇਜ਼ ਫਾਇਦਾ ਉਠਾਉਂਦੇ ਹਨ। ਇਸ ਲਈ ਹਰ ਇੱਕ ਸਿੱਖ ਮਸਲੇ ਨੂੰ ਬਹੁਤ ਹੀ ਸੰਜੀਦਾ ਅਤੇ ਵਿਵੇਕ ਬੁੱਧੀ ਨਾਲ ਹੱਲ ਕਰਨ ਦੀ ਲੋੜ ਹੁੰਦੀ ਹੈ, ਨਾ ਕਿ ਜਜ਼ਬਾਤੀ ਹੋ ਕੇ। ਆਮ ਤੌਰ 'ਤੇ ਦੇਖਿਆ ਗਿਆ ਹੈ ਜਿਵੇਂ ਕਿ ਪਹਿਲਾਂ ਡੇਰਿਆਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੁੰਦੇ ਸੀ ਤੇ ਕਈ ਲੋਕਾਂ ਨੇ ਬਹੁਤੇ ਉੱਥੋਂ ਗੁਰੂ ਗ੍ਰੰਥ ਸਾਹਿਬ ਚੁਕਵਾਤੇ। ਉਹਦੇ ਨਾਲ ਕੋਈ ਫਾਇਦਾ ਤਾਂ ਹੋਇਆ ਨਹੀਂ, ਬਲਕਿ ਨੁਕਸਾਨ ਹੀ ਹੋਇਆ। ਉਹਨਾਂ ਨੇ ਹੋਰ ਗ੍ਰੰਥ ਪ੍ਰਕਾਸ਼ ਕਰ ਲਏ ਜਾਂ ਕਿਸੇ ਉਹ ਹੋਰ ਜਥੇਬੰਦੀ ਨਾਲ ਜੁੜ ਗਏ। ਸੋ ਮਸਲਾ ਇਹ ਹੈ ਵੀ ਜਿੱਥੇ ਕਿਤੇ ਰਹਿਤ ਮਰਜ਼ਾਦਾ ਦੀ ਕਮੀ ਹੈ, ਕੋਈ ਘਾਟ ਹੈ, ਕਿਸੇ ਵੀ ਕਿਸਮ ਦੀ ਘਾਟ ਹੈ, ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਘਾਟ ਹੈ, ਉਹਨੂੰ ਸਾਰਿਆਂ ਨੂੰ ਰਲ ਮਿਲ ਕੇ ਬੈਠ ਕੇ ਵਿਚਾਰ ਕਰਨੀ ਚਾਹੀਦੀ ਹੈ ਤੇ ਉਸ ਘਾਟ ਨੂੰ ਦੂਰ ਕਰ ਲੈਣਾ ਚਾਹੀਦਾ ਹੈ। ਨਾ ਕਿ ਇਹ ਹੋਵੇ ਜੀ ਲੜਕੇ ਨੇ ਅੰਮ੍ਰਿਤ ਨਹੀਂ ਛਕਿਆ ਤੇ ਉਹਨੂੰ ਸ੍ਰੀ ਸਾਹਿਬ ਪੜ੍ਹਨ ਦਾ ਕੋਈ ਅਧਿਕਾਰ ਨਹੀਂ। ਇਹ ਨਹੀਂ ਹੋਣਾ ਚਾਹੀਦਾ। ਇਹਦੇ ਨਾਲ ਫਾਇਦਾ ਕੋਈ ਨਹੀਂ ਹੋਣਾ, ਹਾਂ ਨੁਕਸਾਨ ਜ਼ਰੂਰ ਹੋ ਸਕਦਾ ਹੈ। ਸੋ ਮੇਰਾ ਵਿਚਾਰ ਹੈ ਕਿ ਲੜਕਾ ਅੰਮ੍ਰਿਤਧਾਰੀ ਹੋਣਾ ਚਾਹੀਦਾ, ਅੰਮ੍ਰਿਤ ਛਕਿਆ ਹੋਣਾ ਚਾਹੀਦਾ, ਲੜਕੀ ਦਾ ਵੀ ਅੰਮ੍ਰਿਤ ਛਕਿਆ ਹੋਣਾ ਚਾਹੀਦਾ। ਉਹ ਜ਼ਰੂਰ ਸ੍ਰੀ ਸਾਹਿਬ ਆਪਣੇ ਹੱਥ 'ਚ ਫੜਨ, ਜਿਹੜਾ ਕਿ ਸਾਡੀ ਇੱਕ ਪੰਥਕ ਮਰਜ਼ਾਦਾ ਹੈ। ਸਾਡੇ ਸਿੱਖ ਦੇ ਜਨਮ ਤੋਂ ਲੈ ਕੇ ਅਖੀਰ ਤੱਕ ਸਾਡਾ ਉਹਦੇ ਨਾਲ ਗੂੜਾ ਰਿਸ਼ਤਾ ਹੈ। ਸੋ ਇੰਨੀ ਵਿਚਾਰ ਕਰਦੇ ਹਾਂ। ਕਈ ਭੁੱਲਾਂ ਹੋ ਗਈਆਂ ਹੋਣਗੀਆਂ ਜੀ, ਖਿਮਾ ਦੇ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਹੈ ਵੀਰ ਫਿਕਰ ਸਿੰਘ ਜੀ। ਤੇ ਸੰਗਤ ਜੀ ਪੁਆਇੰਟ ਬਾਈ ਪੁਆਇੰਟ ਦੱਸ ਕੇ ਵੀਰ ਜੀ ਨੇ ਬੜਾ ਅੱਛੀ ਤਰੀਕੇ ਨਾਲ ਐਕਸਪਲੇਨ ਕੀਤਾ ਹੈ। ਭਾਵੇਂ ਕਿਸੇ ਦੇ ਇਹ ਵੀ ਵਿਚਾਰ ਹੋਣ ਵੀ ਇਹਦੇ ਜੀ ਸ੍ਰੀ ਸਾਹਿਬ ਨਹੀਂ ਚਾਹੀਦੀ, ਬਟ ਸਟਿਲ ਇਹ ਕੌਮੀਅਤ ਦੇ ਹਿਸਾਬ ਨਾਲ, ਸਾਨੂੰ ਕਮਿਊਨਿਟੀ ਦੇ ਹਿਸਾਬ ਨਾਲ ਬੜੀ ਜ਼ਰੂਰੀ ਹੈ, ਕਿਉਂਕਿ ਅਸੀਂ ਸ਼ਸਤਰ ਤੋਂ ਵੱਖ ਨਹੀਂ ਹੋਣਾ। ਜੇ ਆਪਾਂ ਕਈ ਕਹਿੰਦੇ ਸਿੰਬੋਲਿਕ ਹੈ, ਜੇ ਸਿੰਬੋਲਿਕ ਵੀ ਹੈ ਤੇ ਸਤਿਗੁਰੂ ਕਿਰਪਾ ਕਰਦੇ ਕਿ ਸਾਡੇ ਜੀਵਨ ਦਾ ਹਿੱਸਾ ਬਣੇ। ਪਰ ਜੇ ਅਸੀਂ ਸਿੰਬੋਲਿਕ ਤੌਰ ਤੇ ਹਟਾ ਦਿਆਂਗੇ ਤਾਂ ਫਿਰ ਇਹਦਾ ਨੁਕਸਾਨ ਹੀ ਹੋਣਾ, ਜੇ ਵੀਰ ਜੀ ਦੱਸਿਆ, ਫਾਇਦਾ ਨਹੀਂ ਹੋਣਾ। ਤੋ ਅਗਲੀ ਗੱਲ ਇਹ ਹੈ ਕਿ ਅਨੁਮਤੀ ਕਈ ਜਿਹੜੇ ਨੇ ਉਹ ਵੀ ਕਿਰਪਾਨ ਪਕੜ ਲੈਂਦੇ ਨੇ। ਦੇਖੋ ਇਸ ਤਰ੍ਹਾਂ ਜੇ ਅਨੁਮਤੀ ਕੋ ਪਕੜਦਾ ਤੇ ਸਾਡੇ ਕੋਲ ਕੋਈ ਅਥਾਰਟੀ ਨਹੀਂ ਹੈ, ਅਸੀਂ ਉਹਨੂੰ ਕਹੇ ਨਾ ਪਕੜੋ। ਉਹ ਆਪਣੀਆਂ ਜੋ ਮਰਜ਼ੀ ਰਸਮਾਂ ਕਰਨ, ਕੁਛ ਕਰਨ। ਘੱਟੋ ਘੱਟ ਜਿਹੜੇ ਸਾਡੇ ਸਿੱਖ ਸਮਾਜ ਹੈ, ਇਹਨਾਂ ਦੇ ਪਰਿਵਾਰਾਂ ਵਿੱਚ ਇਹ ਜਿਹੜੀ ਰੀਤ ਚੱਲਦੀ ਹੈ ਇਹ ਸਾਡੇ ਸਾਹਮਣੇ ਨਾਲ ਚੱਲਦੀ ਰਹਿਣੀ ਚਾਹੀਦੀ ਹੈ। ਤੋ ਖੈਰ ਫਿਰ ਵੀ ਸੰਗਤ ਚੋਂ ਕੋਈ ਹੋਰ ਕਿਸੇ ਦਾ ਵਿਚਾਰ ਆਏਗਾ ਉਹ ਸਾਂਝਾ ਕੀਤਾ ਜਾਏਗਾ। ਤੋ ਮੈਂ ਵੀਰ ਜੀ ਦਾ ਧੰਨਵਾਦ ਕਰਦਾ। ਉੱਥੇ ਸੰਗਤ ਜੀ ਆਪ ਪਾਸੋਂ ਖਿਮਾ ਮੰਗਦਾ ਕਿ ਸਾਡੇ ਕੋਲ ਸਵਾਲ ਰਹਿ ਗਏ ਤੇ ਉਹ ਹੁਣ ਅਸੀਂ ਅਗਲੇ ਹਫ਼ਤੇ ਪਹਿਲ ਦੇ ਤੌਰ ਤੇ ਲਵਾਂਗੇ। ਜਿਨ੍ਹਾਂ ਦੇ ਸਵਾਲ ਨੇ ਮੈਂ ਉਹਨਾਂ ਪਾਸੋਂ ਖਿਮਾ ਮੰਗਦਾ। ਤੋ ਆਪ ਸਭ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੋ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹਿੰਦੇ ਹੋ। ਤੇ ਮੈਂ ਬੇਨਤੀ ਕਰਦੇ ਹਾਂ ਕਿ ਸਾਡਾ ਜਿਹੜਾ ਸਿੱਖ ਤੇ ਜਿਹੜਾ YouTube ਚੈਨਲ ਹੈ ਉਹ ਸਿੱਖ ਕ੍ਰਿਸ਼ੀ ਦਲ ਲੁਧਿਆਣਾ ਗੁਰਮਤਿ ਕਲਾਸ USA ਇਹਦੇ ਨਾਂ ਤੇ ਹੈ। ਤੋ ਗਰੁੱਪ ਚੈਟ ਸੀ, ਕਿਸੇ ਨੇ ਪੁੱਛਿਆ ਸੀ ਵੀ ਜਿਹੜੇ ਮਨ, ਸਰੀਰ ਤੇ ਆਤਮਾ ਦੇ ਲੈਕਚਰ ਨੇ
ਉਹ ਇਸ ਕਿੱਥੇ ਨੇ, ਤਾਂ ਇਸੇ YouTube ਦੇ ਵਿੱਚ ਤੁਹਾਨੂੰ ਮਿਲ ਜਾਣ, ਤਾਂ ਕਿਰਪਾ ਕਰਕੇ ਦੇਖ ਸਕਦੇ ਹੋ। ਤੋ ਸੰਗਤ ਜੀ, ਮੈਂ ਬੇਨਤੀ ਕਰਦੇ ਹਾਂ ਕਿ ਇਹ ਜਿਹੜਾ ਸਾਡਾ YouTube ਚੈਨਲ ਹੈ, ਅਸੀਂ 3 ਸਾਲ ਤਕਰੀਬਨ ਕੰਪਲੀਟ ਕਰ ਲਏ ਨੇ, ਤੇ ਅਜੇ ਸਾਡੀ ਜਿਹੜੀ ਸਬਸਕ੍ਰਿਪਸ਼ਨ ਹੈ 3000 ਨਹੀਂ ਹੋਈ। ਤੋ ਮੈਂ ਬੇਨਤੀ ਕਰਾਂਗਾ ਸਾਰੇ ਵੀਰਾਂ ਭੈਣਾਂ ਨੂੰ ਕਿ ਕਿਰਪਾ ਕਰਕੇ ਤੁਸੀਂ ਤਾਂ ਸਾਨੂੰ ਸਬਸਕ੍ਰਾਈਬ ਕੀਤਾ ਹੀ ਹੋਣਾ, ਪਰ ਹੋਰ ਵੀ ਜਿਹੜੇ ਸਾਡੇ ਨਿਕਟਵਰਤੀ ਨੇ ਉਹਨਾਂ ਨੂੰ ਕਹਿ ਕੇ ਤੇ ਸਰਕੂਲੇਟ ਕਰੀਏ ਆਪੋ ਆਪਣੇ ਗਰੁੱਪ ਵਿੱਚ ਬਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਕਿਉਂਕਿ ਇਸ ਚੈਨਲ 'ਚ ਹੋਰ ਕੋਈ ਚੀਜ਼ ਨਹੀਂ ਆਉਂਦੀ ਸਿਵਾਏ ਗੁਰਬਾਣੀ ਦੇ ਜਿਹੜੇ ਅਸੀਂ ਇੱਥੇ ਰੋਜ਼ ਸਮਝਣ ਆਉਂਦੇ ਹਾਂ। ਤੋ ਉਹਦੇ ਇਸ ਛੋਟੀ ਜਿਹੀ ਸਬਸਕ੍ਰਿਪਸ਼ਨ ਦੇ ਨਾਲ ਇਹ ਬੜੀ ਹੋਰ ਸੰਗਤਾਂ ਤੱਕ ਪਹੁੰਚੇਗੀ, ਜਿਹੜੀ ਵਿਚਾਰਾਂ ਨੇ, ਬੜੀਆਂ ਕੀਮਤੀ ਵਿਚਾਰਾਂ ਗੁਰਬਾਣੀ ਬਾਰੇ, ਸਿੱਖ ਇਤਿਹਾਸ ਬਾਰੇ, ਰਹਿਤ ਮਰਿਆਦਾ ਬਾਰੇ ਹੁੰਦੀਆਂ ਨੇ, ਤੇ ਇਹ ਵੱਧ ਤੋਂ ਵੱਧ ਸੰਗਤਾਂ ਕੋਲ ਜਾਣੀਆਂ ਚਾਹੀਦੀਆਂ ਨੇ। ਤੇ ਸੰਗਤ ਜੀ, ਇਹਦਾ ਸਾਡਾ ਕੁਛ ਨਹੀਂ ਲੱਗਦਾ, ਪਰ ਪ੍ਰਚਾਰ ਦਾ ਹੀ ਇੱਕ ਸਾਧਨ ਹੈ ਕਿ ਅਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੀਏ। ਅੱਜ YouTube ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆ ਰਹੀਆਂ, ਉਹਨਾਂ 'ਚ ਬਹੁਤੀਆਂ ਗੱਲਾਂ ਜਿਹੜੀਆਂ ਕਿ ਅਥੈਂਟਿਕ ਵੀ ਹੁੰਦੀਆਂ ਜਾਂ ਕਈ ਵਾਰੀ ਤੇ ਗੁਰਮਤਿ ਵਿਰੋਧੀ ਵੀ ਹੁੰਦੀਆਂ, ਤਾਂ ਉਹਨਾਂ ਨੂੰ ਆਪਾਂ ਕੁਝ ਕਰ ਨਹੀਂ ਸਕਦੇ, ਪਰ ਇਹ ਤੇ ਕਰ ਸਕਦੇ ਹਾਂ ਕਿ ਜਿਹੜੀਆਂ ਗੱਲਾਂ ਅਸੀਂ ਸੋਚਦੇ ਹਾਂ ਵੀ ਗੁਰਮਤਿ ਅਨੁਸਾਰ ਜਿਹੜੀਆਂ ਇਸ ਪਲੇਟਫਾਰਮ ਤੇ ਡਿਸਕਸ ਹੁੰਦੀਆਂ ਨੇ, ਉਹਨਾਂ ਨੂੰ ਤੇ ਆਪਾਂ ਵੱਧ ਤੋਂ ਸਰਕੂਲੇਟ ਕਰੀਏ, ਲੰਬੀ ਲਕੀਰ ਕਰੀਏ ਆਪਣੇ ਇਸ ਪ੍ਰਚਾਰ ਦੀ। ਤੋ ਇਹ ਮੇਰੀ ਅੱਜ ਆਪ ਨੂੰ ਉਚੇਚੇ ਤੌਰ ਤੇ ਬੇਨਤੀ ਹੈ ਇਹ ਪ੍ਰਵਾਨ ਕਰਨੇ। ਤੇ ਡਾਕਟਰ ਸੁੰਦਰ ਸਿੰਘ ਜੀ ਨੇ ਪਿਛਲੇ ਹਫ਼ਤੇ ਕਿਹਾ ਸੀ ਵੀ ਇਹ ਪ੍ਰਚਾਰ ਕੌਣ ਕਰੇਗਾ, ਤਾਂ ਮੈਂ ਬੇਨਤੀ ਕਰਦੇ ਹਾਂ ਕਿ ਬੇਟੇ ਦੀ ਜ਼ਰੂਰਤ ਨਹੀਂ ਹੈ, ਕੌਣ ਕਰੇਗਾ। ਤੋ ਮੈਂ ਬੇਨਤੀ ਕਰਦੇ ਹਾਂ ਕਿ ਹਰ ਸਿੱਖ ਪ੍ਰਚਾਰਕ ਹੈ ਤੇ ਹਰ ਇੱਕ ਦਾ ਹੀ ਫਰਜ਼ ਬਣਦਾ ਹੈ ਕਿ ਅਸੀਂ ਇਸ ਗੁਰਮਤਿ ਦੀਆਂ ਗੱਲਾਂ ਨੂੰ, ਦੇਖੋ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਿੰਨੀ, ਇਹਦਾ ਲਾਹਾ ਲਓ ਵੱਧ ਤੋਂ ਵੱਧ, ਠੀਕ ਹੈ। ਤੇ ਪ੍ਰਾਣੀ ਤੋਂ ਆਇਆ ਲਾਹਾ ਲੈਣ, ਤੇ ਅਗਲੀ ਤੁਕ ਜਿਹੜੀ ਉਹ ਹੈਗੀ ਲਗਨ ਝਟ ਫਕੜੇ, ਅਸੀਂ ਉਹਦੇ ਨਾਲ ਜਾਈਏ, ਪਰ ਇਹ ਲਾਹਾ ਜਿਹੜਾ ਪੋਜ਼ਿਟਿਵ ਰੋਲ 'ਚ ਆਪਾਂ ਲੈ ਸਕਦੇ ਹਾਂ ਤੇ ਜ਼ਿੰਦਗੀ ਦੇ ਜਿੰਨੇ ਸਵਾਸ ਨੇ ਅਸੀਂ ਉਹਨਾਂ ਨੂੰ ਪ੍ਰਚਾਰ ਚਲਾਈਏ। ਹਰ ਰੋਜ਼ ਹਰ ਸਿੱਖ ਜਿਹੜਾ ਉਹ ਵਿਚਾਰ ਕਰੇ ਸ਼ਾਮ ਨੂੰ ਕਿ ਅੱਜ ਮੈਂ ਕਿਸੇ ਨੂੰ ਗੁਰਮਤਿ ਦੀ ਗੱਲ ਆਖੀ ਹੈ, ਸੁਣੀ ਹੈ, ਅੱਗੇ ਪਹੁੰਚਾਈ ਹੈ। ਮੇਰੇ ਖਿਆਲ ਜੇ ਆਪਾਂ ਸ਼ਾਮ ਨੂੰ ਆਪਣੇ ਮਨ ਅੱਗੇ ਸਵਾਲ ਕਰਾਂਗੇ ਤਾਂ ਇਹ ਪ੍ਰਚਾਰ ਤੇਜ਼ ਹੋਏਗਾ, ਕਿਉਂਕਿ ਫਿਰ ਸਾਡਾ ਮਨ ਦੱਸੇਗਾ ਕਿ ਭਲਿਆ ਤੂੰ ਦਿਨ ਐਵੇਂ ਗਵਾ ਦਿੱਤਾ। ਪਰ ਕੋਈ ਗੱਲ ਨਹੀਂ, ਸੌਣ ਤੋਂ ਪਹਿਲਾਂ ਫਿਰ ਕਿਸੇ ਇੱਕ ਵੀਰ ਭੈਣ ਨੂੰ ਆਪਾਂ ਕੋਈ ਗੁਰਮਤਿ ਦਾ ਸੁਨੇਹਾ ਦੇ ਦਈਏ। ਇੱਥੇ ਕੁਛ ਨਹੀਂ ਲੱਗਦਾ, ਸਿਰਫ ਸਾਡਾ ਮਨ ਨਹੀਂ ਲੱਗਦਾ। ਆਓ ਆਪਣੇ ਮਨ ਨੂੰ ਤਿਆਰ ਕਰੀਏ। ਇਹ ਪ੍ਰਚਾਰ ਜਿਹੜਾ ਹੈ, ਇਹ ਕਿਸੇ ਪ੍ਰਚਾਰਕ ਕੋਈ ਫਿਕਸ ਨਹੀਂ ਹੈਗੇ, ਹਰ ਵਾਰੀ ਕਹੀਦਾ ਹੈ, ਔਰ ਮੈਂ ਫਿਰ ਦੁਬਾਰਾ ਜ਼ੋਰ ਦੇ ਕਹਿੰਦਾ, ਹਰ ਸਿੱਖ ਪ੍ਰਚਾਰਕ ਹੈ। ਦੂਜੀ ਗੱਲ, ਇਟਸ ਨਾਟ ਆਪਸ਼ਨਲ, ਇਹ ਸਾਡੇ ਲਈ ਆਪਸ਼ਨਲ ਨਹੀਂ ਪ੍ਰਚਾਰ ਕਰੀਏ ਨਾ ਕਰੀਏ, ਨਹੀਂ, ਇਹ ਜ਼ਰੂਰੀ ਹੈ। ਜਿਸ ਮਾਲਕ ਨੇ ਸਾਨੂੰ ਸਵਾਸ ਦਿੱਤੇ ਨੇ, ਉਹਨੂੰ ਉਹਨਾਂ ਸਵਾਸਾਂ ਦਾ ਅਸੀਂ ਹਰਜਾਨਾ ਤੇ ਨਹੀਂ ਦੇ ਸਕਦੇ, ਰੋਜ਼ਾਨਾ ਤੇ ਨਹੀਂ ਦੇ ਸਕਦੇ, ਪਰੰਤੂ ਸ਼ਰਧਾ ਦੇ ਮੁਤਾਬਕ ਸ਼ਰਧਾ ਪੂਰਵਕ ਹੋ ਕੇ ਆਪਣੀ ਡਿਊਟੀ ਸਮਝ ਕੇ ਗੁਰਮਤਿ ਦੇ ਜਿਹੜੇ ਇਹ ਵਿਖਿਆਨ ਨੇ ਜਾਂ ਗੁਰਮਤਿ ਦੀਆਂ ਗੱਲਾਂ ਨੇ, ਉਹ ਚਾਹੇ ਆਪਣੇ ਪਰਿਵਾਰ ਵਿੱਚ, ਚਾਹੇ ਆਪਣੇ ਕਿਤੇ ਵੀ। ਸਾਡਾ ਤੇ ਮਿਸ਼ਨਰੀ ਕਾਲਜ ਦਾ ਨਾਰਾ ਹੀ ਹੈ, ਗੁਰਮਤਿ ਸਿੱਖ ਕੇ ਅਸਾਂ ਸਿਖਾਉਣੀ, ਅੰਮ੍ਰਿਤਧਾਰੀ ਕੌਮ ਬਣਾਉਣੀ, ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿਚਕਾਰ। ਆਓ ਇਹਨੂੰ ਆਪਾਂ ਪੜ੍ਹਾਈਏ। ਤੋ ਅੱਜ ਦੇ ਪ੍ਰੋਗਰਾਮ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ, ਉਹਨਾਂ ਬਾਰੇ ਆਪਾਂ ਸੁਖੇਮਾ ਮੰਗਦੇ ਹਾਂ। ਇੱਕ ਸਵਾਲ ਇਹ ਵੀ ਸੀ, ਕਿਸੇ ਨੇ ਕਰਮ ਸਿਧਾਂਤ ਬਾਰੇ ਪੁੱਛਿਆ ਵੀ ਪੂਰਬਲੇ ਜਨਮ ਹੁੰਦੇ ਨੇ ਕਿ ਨਹੀਂ। ਉਹਨਾਂ ਨੂੰ ਬੇਨਤੀ ਹੈ ਵੀ ਇਸ ਸੈਸ਼ਨ ਵਿੱਚ ਉਹਦਾ ਸੰਖੇਪ ਜਵਾਬ ਦੇਣਾ ਔਖਾ ਹੈ, ਉਹਦੇ ਲਈ ਕਿਸੇ ਵੇਲੇ ਪੂਰਾ ਲੈਕਚਰ ਜਿਹੜਾ ਉਹ ਤਿਆਰ ਕਰਕੇ ਦਿੱਤਾ ਜਾਏਗਾ। ਤੋ ਜਿਹਨਾਂ ਦਾ ਇਹ ਸਵਾਲ ਸੀ, ਮੈਂ ਉਹਨਾਂ ਤੋਂ ਵੀ ਖਿਮਾ ਮੰਗਦਾ। ਤੋ ਸੰਗਤ ਜੀ, ਅੱਜ ਦੇ ਪ੍ਰੋਗਰਾਮ ਵਿੱਚ ਹੋਈਆਂ ਤਰੁੱਟੀਆਂ ਲਈ ਮੈਂ ਆਪਣੇ ਤੇ ਪੈਨਲ ਦੀ ਵੀ ਹਫ਼ਤੇ ਆਪਸ ਵਿੱਚ ਖਿਮਾ ਮੰਗਦਾ ਹੋਇਆ ਅਗਲੇ ਸੋਮਵਾਰ ਫਿਰ ਤੁਹਾਡਾ ਆਸ਼ੀਰਵਾਦ ਲੈਣ ਲਈ ਹਾਜ਼ਰ ਹੋਵਾਂਗੇ। ਜਦ ਤੱਕ ਲਈ ਆਓ ਫਤਿਹ ਸਾਂਝੀ ਕਰ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।